ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਆ। ਅਸੀਂ ਬੰਦਾ ਸਿੰਘ ਬਹਾਦਰ ਦੇ ਆ, ਸੰਤ ਭਿੰਡਰਾਂ ਵਾਲੇ ਦੇ ਚੇਲੇ ਆਪਾਂ। ਅੱਗੇ ਆਓ ਜਿੰਨੇ ਵੀ ਆਣਾ, ਹੁਣ ਇੱਥੇ ਝੁੰਡਲੀਆਂ ਬਣਾ ਕੇ ਰੱਖੋ। ਹੁਣ ਹਰਿਆਣੇ ਦੇ ਕੰਮ ਕਰਤਾ, ਹੁਣ ਪੰਜਾਬ ਵਾਲਿਓ ਪੰਜਾਬੀਓ ਤੁਹਾਡੀ ਵਾਰੀ ਹੈ। ਹੁਣ ਅਸੀਂ ਡੇਰਾ ਬਾਬਾ ਨਾਨਕ ਤੋਂ ਆਏ ਹਾਂ ਜੀ। ਅਸੀਂ ਇਸ ਸੰਘਰਸ਼ ਨੂੰ ਸਿਰੇ ਚਾੜ ਕੇ ਜਾਵਾਂਗੇ ਔਰ ਗੁਰਦਾਸਪੁਰ ਦੀ ਧਰਤੀ ਹਮੇਸ਼ਾ ਮੋਰਚੇ ਦਿੱਲੀ ਤੇ ਫਤਿਹ ਕਰਦੀ ਰਹੀ ਹੈ, ਹੁਣ ਵੀ ਕਰਕੇ ਜਾਵਾਂਗੇ ਜੀ। ਜਿਤਨਾ ਇਧਰ ਆ ਕੇ ਉਤਰਾ ਹੀ ਮੋਦੀ ਨੂੰ ਖੱਪੇ ਜਾਗੇ। ਉਹ ਮੋਦੀ ਕੀ ਚਾਹੁੰਦਾ ਆ ਬਈ ਆਓ ਮੇਰੇ ਨਾਲ ਮੀਟਿੰਗ ਕਰੋ, ਸਿਰ ਝੁਕਾ ਕੇ ਮੀਟਿੰਗ ਕਰੋ। ਮੈਂ ਉਹਦਾ ਤੁਹਾਨੂੰ ਮੀਟਿੰਗ ਨਹੀਂ ਦਊਂਗਾ। ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਸਿਰ ਝੁਕਾ ਕੇ ਨਹੀਂ, ਉਹ ਸਿਰ ਝੁਕਾਉਣਾ ਜਾਣਦੀਆਂ ਆ। ਆਰਐਸਐਸ ਭਾਜਪਾ ਗੱਠਜੋੜ ਮੁਰਦਾਬਾਦ 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 ਮੋਦੀ ਦਾ ਫਾਸ਼ੀਵਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਇਹ ਜਿਹੜਾ ਖੱਟਰ ਹੈ ਇਹ ਮੋਦੀ ਦਾ ਹੀ ਭਾਈਵਾਲ ਹੈ, ਉਹਦੇ ਟੁਕੜਿਆਂ ਤੇ ਪਲਣ ਵਾਲਾ ਹੈ। ਮਗਰ ਇਹਨਾਂ ਨੂੰ ਜਿਹੜੀ ਚਲਾ ਰਹੀ ਹੈ ਏਜੰਸੀ ਉਹ ਵੀ ਇੱਕ ਹੈ, ਨੀਤੀਆਂ ਇਹਨਾਂ ਦੀਆਂ ਇੱਕ ਨੇ। ਇਹ ਸਾਨੂੰ ਇੱਥੇ ਰੋਕ ਕੇ ਵੇਖ ਲੈਣਾ, ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਇੱਥੋਂ ਨਿਕਲਣ ਦੀ। ਜਿਹੜਾ ਸਾਡੇ ਨਾਲ ਖੜੂ ਉਹੀ ਪਿੰਡਾਂ ਵਿੱਚ ਵੜੂ, ਜਿਹੜਾ ਸਾਡੇ ਨਾਲ ਖੜੂ ਉਹੀ ਪਿੰਡਾਂ ਵਿੱਚ ਵੜੂ। ਜਦ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਾਂਗੇ ਵਾਪਸ ਨਹੀਂ ਆਵਾਂਗੇ। ਇਹਦੇ ਲਈ ਸਾਨੂੰ ਆਰ-ਪਾਰ ਦੀ ਲੜਾਈ ਪਾੜਨੀ ਪਵੇ, ਬੇਸ਼ੱਕ ਸਾਨੂੰ ਜਾਨਾਂ ਦੇਣੀਆਂ ਪੈਣ, ਅਸੀਂ ਅੱਗੇ ਹੋ ਕੇ ਜਾਨਾਂ ਤੱਕ ਵੀ। ਮੋਦੀ ਨੂੰ ਪਿਛਾ ਮੁੜਨ ਲਈ ਮਜਬੂਰ ਕਰਾਂਗੇ। ਜਦੋਂ ਤੱਕ ਇਹ ਕਾਲੇ ਕਾਨੂੰਨ ਨਹੀਂ ਵਾਪਸ ਹੁੰਦੇ ਉਦੋਂ ਤੱਕ ਇਹ ਕਾਫਲੇ ਇਦਾਂ ਹੀ ਜਾਂਦੇ ਰਹਿਣਗੇ। ਇਹ ਅੰਦੋਲਨ ਮੋਦੀ ਦੀਆਂ ਜੜ੍ਹਾਂ ਪੱਟਣ ਲਈ ਕਾਮਯਾਬ ਰਹੇਗਾ। ਸ਼ਾਂਤੀ ਪ੍ਰੂਫ ਤਾਂ ਤਦੇ ਕਰਾਂਗੇ ਜੇ ਉਹ ਕਰਨ ਦਊਗਾ, ਨਹੀਂ ਤਾਂ ਦੂਏ ਤਰ੍ਹਾਂ ਵੀ ਕਰਾਂਗੇ। ਅੱਛਾ ਜੀ, ਜਿੱਦਾਂ ਵੀ ਹੋਇਆ ਕਰਾਂਗੇ। ਫਿਰ ਜੇਕਰ ਪੁਲਿਸ ਪ੍ਰਸ਼ਾਸਨ ਅੱਗੇ ਡੱਕਿਆ ਤੇ ਫਿਰ ਕੀ ਰਣਨੀਤੀ ਹੈ? ਤੇ ਫੇਰ ਤੇ ਆਪ ਤਾਂ ਆਪ ਹੈ ਨਹੀਂ ਝੱਗਾ ਕੇ ਨਹੀਂ। ਆਰਤ ਜਾਂ ਪਾਰ? ਆਹੋ ਜਾਂ ਭੈ ਨਹੀਂ ਝੱਗਾ ਕੇ ਨਹੀਂ। ਇਹ ਆਰਐਸਐਸ ਦੇ ਜਿਹੜੇ ਏਜੰਡੇ ਆ ਉਹਨਾਂ ਨੂੰ ਹਿੰਦੁਸਤਾਨ 'ਚ ਕਦੇ ਵੀ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ। ਅਸੀਂ ਆਪਣਾ ਰਾਸ਼ਨ ਪਾਣੀ 6-6 ਮਹੀਨੇ ਦਾ ਨਾਲ ਲੈ ਕੇ ਆਏ ਆ। ਤੁਸੀਂ ਦੇਖ ਸਕਦੇ ਜਾ ਕੇ ਟਰੱਕਾਂ ਦੇ ਵਿੱਚ ਅਸੀਂ 6-6 ਮਹੀਨੇ ਦਾ ਆਪਣਾ ਰਾਸ਼ਨ ਲੈ ਕੇ ਆਏ ਆ। ਪਿੱਛੇ ਸਾਡਾ ਪਰਿਵਾਰ ਸਾਨੂੰ ਪੂਰੀ ਸਪੋਰਟ ਆ ਕਿ ਜਦੋਂ ਵੀ ਰਾਸ਼ਨ ਪਾਣੀ ਮੁੱਕੇ ਅਸੀਂ ਤੁਹਾਡਾ ਰਾਸ਼ਨ ਪਾਣੀ ਮਗਰ ਪਹੁੰਚਾਵਾਂਗੇ। ਕਿਰਤੀ ਕਿਸਾਨਾਂ ਦਾ ਇੱਕ ਜਿੰਦਾਬਾਦ, ਲੜਦੇ ਲੋਕ ਜਿੰਦਾਬਾਦ, ਹੱਕਾਂ ਲਈ ਜੋ ਲੜਦੇ ਲੋਕ। ਸਰਕਾਰ ਨੇ ਆਪਣੀ ਰਣਨੀਤੀ ਤਿਆਰ ਕਰਨੀ ਹੈ ਤੇ ਜਿਹੜੇ ਕਿਸਾਨ ਹੈ ਤੇ ਲੋਕ ਨੇ ਉਹਨਾਂ ਨੇ ਆਪਣੀ ਰਣਨੀਤੀ ਦੇ ਤਹਿਤ ਦਿੱਲੀ ਦੇ ਵਿੱਚ ਪਹੁੰਚਣਾ ਹੈ। ਜੋ ਅਸੀਂ ਇੱਥੇ ਆ ਕੇ ਸਵੇਰੇ ਮੁਆਇਨਾ ਕੀਤਾ, ਕੰਡਾਂ ਦਾ ਤਾਰਾਂ ਲਾਈਆਂ ਜਾ ਰਹੀਆਂ ਆ ਤੇ ਉੱਥੇ ਪੱਥਰ ਸਿੱਟੇ ਜਾ ਰਹੇ ਆ। ਜਿਸ ਤਰੀਕੇ ਨਾਲ ਸਾਨੂੰ ਤਾਂ ਇਹ ਦੇਸ਼ ਕਹਿੰਦੇ ਹੀ ਯਾਨੀ ਸ਼ਰਮ ਆਉਂਦੀ ਆ, ਸਾਡਾ ਦੇਸ਼ ਆ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਇਨਕਲਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਕਾਲੇ ਕਾਨੂੰਨ ਵਾਪਸ ਲਿਓ ਵਾਪਸ ਲਿਓ ਵਾਪਸ ਲਿਓ। ਇਹ ਜਿਹੜਾ ਮੋਦੀ ਆ ਇਹ ਕੁਛ ਕਾਰਪੋਰੇਟ ਘਰਾਣਿਆਂ ਦਾ ਦੱਲਾ ਆ, ਇਹ ਏਜੰਟ ਆ। ਇਹਨੇ ਸਾਡਾ ਸਾਰਾ ਦੇਸ਼ ਵੇਚ ਦਿੱਤਾ। ਵੱਖ-ਵੱਖ ਕਿਸਾਨ ਯੂਨੀਅਨ ਦੇ ਵੱਲੋਂ ਦਿੱਲੀ ਘੇਰਨ ਦੇ ਲਈ ਵੱਖ-ਵੱਖ ਜਗ੍ਹਾਵਾਂ ਤੋਂ ਕੂਚ ਕੀਤਾ ਜਾ ਰਿਹਾ ਹੈ। ਤਸਵੀਰਾਂ ਇਸ ਵੇਲੇ ਸ਼ੰਭੂ ਬਾਰਡਰ ਤੋਂ ਤਕਰੀਬਨ 15 ਤੋਂ 20 ਕਿਲੋਮੀਟਰ ਪਿੱਛੇ ਦੀਆਂ ਨੇ। ਇਹ ਬੱਸ ਜਿਹੜੀ ਹੈ ਇਸ ਦੇ ਵਿੱਚ ਕਿਸਾਨ ਸਵਾਰ ਨੇ ਔਰ ਇਹਨਾਂ ਦੇ ਵੱਲੋਂ ਦਿੱਲੀ ਜਾਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ। ਇਹਨਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ। ਇਹਨਾਂ ਝੰਡਿਆਂ ਦੇ ਨਾਲ ਦਿੱਲੀ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ। ਬਾਪੂ ਜੀ ਸਤਿ ਸ੍ਰੀ ਅਕਾਲ, ਕੀ ਏਜੰਡਾ ਲੈ ਕੇ ਜਿਹੜਾ ਦਿੱਲੀ ਜਾ ਰਹੇ ਹੋ? ਆਪਣੇ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਜਾ ਰਹੇ ਜੀ। ਔਰ ਲੱਗਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ, ਕਿਉਂਕਿ ਵੱਖ-ਵੱਖ ਜਿਹੜਾ ਜਗ੍ਹਾਵਾਂ ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ, ਔਰ ਕਿੱਦਾਂ ਦਾ ਤਿਆਰੀ ਜਿਹੜੀ ਹੈ ਤੁਹਾਡੇ ਵੱਲੋਂ ਕੀਤੀ ਗਈ ਹੈ? ਜਾਣਾ ਚਾਹੀਦਾ ਅੱਗੇ ਜਾਂ ਨਹੀਂ ਜਾਣਾ ਚਾਹੀਦਾ? ਜਾਣਾ ਚਾਹੀਦਾ ਜੀ, ਕਿਉਂ ਨਹੀਂ ਜਾਣੀ ਚਾਹੀਦੀ ਸੀ। ਅੱਛਾ ਜੀ, ਹਾਂ ਜੀ। ਅੱਛਾ, ਤੁਹਾਡਾ ਕੀ ਨਾਮ ਹੈ ਬਾਪੂ ਜੀ? ਇਹਨੂੰ ਪੁੱਛੇ ਪ੍ਰਧਾਨ ਜੀ ਸਾਡਾ। ਹਾਂਜੀ ਪ੍ਰਧਾਨ ਸਾਹਿਬ, ਸਾਰਿਆਂ ਦੀਆਂ ਨਿਗਾਹਾਂ ਤੁਹਾਡੇ ਤੇ ਨੇ, ਕਹਿੰਦੇ ਤੁਸੀਂ ਗੱਲਬਾਤ ਕਰਨੀ ਹੈ। ਔਰ ਕਿੱਦਾਂ ਲੱਗ ਰਿਹਾ, ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਆਪਣਾ ਗਵਾਂਢੀ ਸੂਬਾ ਹੈ, ਭਾਵੇਂ ਉਹਦੇ ਮੁੱਖ ਮੰਤਰੀ ਦੇ ਵੱਲੋਂ ਖੱਟਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਜਾਂਦਾ ਹੈ ਕਿ ਬਾਈ ਜੀ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ। ਕਿੱਦਾਂ ਦੀ ਰਣਨੀਤੀ ਤਿਆਰ ਕੀਤੀ ਗਈ ਹੈ? ਕਿਸਾਨਾਂ ਨੂੰ ਜਾਣ ਦੇ ਲਈ, ਕਿਸਾਨਾਂ ਦੇ ਲਈ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਸੈਂਟਰ ਸਰਕਾਰ ਨੇ, ਇਹ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਏਜੰਡਾ ਹੈ ਉਹਨੂੰ ਲਾਗੂ ਤੇਜ਼ੀ ਨਾਲ ਮੋਦੀ ਕਰ ਰਿਹਾ ਹੈ। ਉਸ ਤੋਂ ਖਿਲਾਫ ਪੰਜਾਬ ਦੇ ਕਿਆ ਹਿੰਦੁਸਤਾਨ ਦੇ ਸਾਰੇ ਸਟੇਟਾਂ ਦੇ ਕਿਸਾਨ ਅੱਜ ਦਿੱਲੀ ਨੂੰ ਕੂਚ ਕਰ ਰਹੇ ਨੇ, ਕਿਉਂਕਿ 500 ਕਿਸਾਨ ਜਥੇਬੰਦੀਆਂ ਜਿਹੜੀਆਂ ਸਾਰੇ ਸਟੇਟਾਂ ਦੀਆਂ ਇਕੱਠੀਆਂ ਹੋ ਗਈਆਂ ਨੇ। ਇਸ ਲਈ ਮੋਦੀ ਨੂੰ ਪਿਛਾ ਮੁੜਨ ਲਈ ਮਜਬੂਰ ਕਰਾਂਗੇ। ਜਦੋਂ ਤੱਕ ਇਹ ਕਾਲੇ ਕਾਨੂੰਨ ਨਹੀਂ ਵਾਪਸ ਹੁੰਦੇ ਉਦੋਂ ਤੱਕ ਇਹ ਕਾਫਲੇ ਇਦਾਂ ਹੀ ਜਾਂਦੇ ਰਹਿਣਗੇ ਤੇ ਮੋਦੀ ਨੂੰ ਸਬਕ ਸਿਖਾਉਂਦੇ ਰਹਿਣਗੇ, ਕਿਉਂਕਿ ਇਹ ਆਰਐਸਐਸ ਦੇ ਜਿਹੜੇ ਏਜੰਡੇ ਆ ਉਹਨਾਂ ਨੂੰ ਹਿੰਦੁਸਤਾਨ 'ਚ ਕਦੇ ਵੀ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ।
ਕਿਉਂਕਿ ਹਿੰਦੁਸਤਾਨ ਜਿਹੜਾ ਇੱਕ ਧਰਮ ਨਿਰਪੱਖ ਦੇਸ਼ ਹੈ, ਉੱਥੇ ਇਹਨਾਂ ਦੀ ਜਿਹੜੀ ਨੀਤੀਆਂ ਨੇ ਉਹਨਾਂ ਨੂੰ ਕਦੇ ਵੀ ਅਖੀਰ ਤੱਕ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਇੱਥੋਂ ਦੇ ਲੋਕ ਜੁਝਾਰੂ ਨੇ ਤੇ ਜਾਗ ਚੁੱਕੇ ਨੇ ਜੀ। ਪ੍ਰਧਾਨ ਸਾਹਿਬ, ਲਗਾਤਾਰ ਜਿਹੜਾ ਹੈ ਜਿਵੇਂ ਹਰਿਆਣਾ ਤੋਂ ਆਪਾਂ ਐਂਟਰ ਕਰਨਾ ਹੈ ਤੇ ਬਾਰਡਰ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਜਿਹੜਾ ਹੈ ਉੱਥੇ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਕਿ ਕਿਸਾਨ ਅੱਗੇ ਨਾ ਜਾਣ। ਕੀ ਰਣਨੀਤੀ ਤਿਆਰ ਕੀਤੀ ਗਈ ਹੈ? ਸਰਕਾਰ ਨੇ ਆਪਣੀ ਰਣਨੀਤੀ ਤਿਆਰ ਕਰਨੀ ਹੈ ਤੇ ਜਿਹੜੇ ਕਿਸਾਨ ਹੈ ਤੇ ਲੋਕ ਨੇ ਉਹਨਾਂ ਨੇ ਆਪਣੀ ਰਣਨੀਤੀ ਦੇ ਤਹਿਤ ਦਿੱਲੀ ਦੇ ਵਿੱਚ ਪਹੁੰਚਣਾ ਹੈ ਤੇ ਉਹ ਜਾ ਵੀ ਰਹੇ। ਤੁਸੀਂ ਦੇਖਿਆ ਹੋਣਾ ਕੱਲ ਹਰਿਆਣੇ 'ਚ ਵੀ ਲੋਕਾਂ ਨੇ ਬੈਰੀਗੇਡ ਤੋੜੇ ਨੇ, ਅੱਜ ਸਵੇਰੇ ਇੱਥੇ ਵੀ ਇਹਨਾਂ ਨੇ ਪਾਣੀ ਦੀ ਵਿਛੌੜਾਂ ਮਾਰੀਆਂ ਨੇ, ਇੱਥੇ ਵੀ ਸਾਰੇ ਬੈਰੀਗੇਡ ਟੁੱਟ ਜਾਣਗੇ ਕਿਉਂਕਿ ਜਿਹੜਾ ਹਜੂਮ ਹੈ ਜਾਂ ਲੋਕਾਂ ਦਾ ਜਿਹੜਾ ਇਕੱਠ ਹੈ, ਜਿਹੜੇ ਆਪਣੀ ਮੰਗਾਂ ਦੇ ਲਈ, ਕਿਉਂਕਿ ਮੌਤ ਦੇ ਵਾਰੰਟ ਹੈ ਕਿਸਾਨਾਂ ਦੇ ਜਾਂ ਸਾਰੇ ਆਮ ਲੋਕਾਂ ਦੇ, ਉਹਨਾਂ ਦੇ ਲਈ ਅਖੀਰ ਤੱਕ ਲੜਨਗੇ ਜੀ। ਔਰ ਜਦੋਂ ਆਪਾਂ ਡੈਮੋਕ੍ਰੇਟ ਦੀ ਗੱਲ ਕਰਦੇ ਹਾਂ, ਸਾਡਾ ਲੋਕਤੰਤਰ ਹੈ, ਸਾਨੂੰ ਹੱਕ ਹੈ ਆਪਣੇ ਜਿਹੜੀ ਹੱਕਾਂ ਦੇ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਔਰ ਜਿੱਥੇ ਪਿਛਲੇ ਅੰਦੋਲਨ ਦੀ ਗੱਲ ਕੀਤੀ ਹੈ, ਚਾਹੇ ਉਹ ਅੰਨਾ ਹਜ਼ਾਰੇ ਦਾ ਅੰਦੋਲਨ ਸੀਗਾ, ਉਹਦੇ ਵਿੱਚ ਵੀ ਤਾਂ ਉੱਥੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਫਿਰ ਕਿਸਾਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਕਿਸਾਨ ਨੂੰ ਇਸ ਲਈ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਦੇ ਉੱਤੇ ਜਾਂ ਹਿੰਦੁਸਤਾਨ ਦੇ ਜਿਹੜੇ ਆਮ ਆਵਾਮ ਹੈ, ਹੁਣ ਉਸ ਦੇ ਉੱਤੇ ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ, ਤੁਹਾਨੂੰ ਪਤਾ ਹੋਣਾ, ਜਿੱਥੇ ਕਿਸਾਨਾਂ ਦੇ ਲਈ ਇਹ ਕਾਨੂੰਨ ਮਾੜੇ ਬਣਾਏ ਨੇ, ਤਿੰਨੇ ਕਾਨੂੰਨ, ਉਸ ਤੋਂ ਬਾਅਦ ਜਿਹੜੇ ਕਾਨੂੰਨ ਕਾਲੇ ਕਾਨੂੰਨ ਬਣਾਏ ਨੇ, ਇਸੇ ਤਰ੍ਹਾਂ ਇਹਨਾਂ ਨੇ ਜਿਹੜੇ ਮਜ਼ਦੂਰ ਮਿੱਲਾਂ 'ਚ ਕੰਮ ਕਰਦੇ ਨੇ ਜਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਹੱਕਾਂ ਤੇ ਵੀ ਡਾਕਾ ਮਾਰਿਆ ਹੈ ਕਿਉਂਕਿ ਉਹਨਾਂ ਦੀ ਜਿਹੜੀ ਪਹਿਲਾਂ 8 ਘੰਟੇ ਦੀ ਦਿਹਾੜੀ ਹੁੰਦੀ ਸੀ, ਉਸ ਨੂੰ ਵੀ ਇਹਨਾਂ ਨੇ ਹੁਣ 12 ਘੰਟੇ ਤੱਕ ਲੈ ਕੇ ਚਲੇ ਗਏ ਨੇ ਕਿ ਉਹ ਕੋਈ ਉਜਰ ਵੀ ਨਹੀਂ ਕਰ ਸਕਦੇ। ਉਹਨਾਂ ਦੀ ਯੂਨੀਅਨ ਤੇ ਡਾਕਾ ਮਾਰਿਆ ਜਾ ਰਿਹਾ, ਜਿਹੜੇ ਉਹਨਾਂ ਦੇ ਲੜਨ ਦੇ ਹੱਕ ਹੈ ਉਹਨਾਂ ਨੂੰ ਯੂਨੀਅਨ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ। ਇਸ ਲਈ ਇਹ ਸਰਕਾਰ ਦਾ ਏਜੰਡਾ ਇਹ ਹੈ, ਜਿਹੜੀ ਮੋਦੀ ਸਰਕਾਰ ਹੈ, ਕਿਉਂਕਿ RSS ਦੇ ਪਿੱਛੇ ਹੈ ਅਤੇ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਇਹ ਸਰਕਾਰ ਹੈ। ਲੋਕਤੰਤਰ ਦੇ ਉੱਤੇ ਵੀ ਕਿਤੇ ਨਾ ਕਿਤੇ ਡੂੰਘੀ ਸੱਟ ਵੱਜ ਰਹੀ ਕਿਉਂਕਿ ਸਾਡੇ ਤਾਂ ਹੱਕ ਹੈ ਲੜਨਾ, ਹਰ ਇੱਕ ਨਾਗਰਿਕ ਦਾ ਹੱਕ ਹੈ, ਲੋਕਤੰਤਰ ਹੈ। ਲੋਕਤੰਤਰ ਤੋਂ ਸਭ ਤੋਂ ਵੱਧ ਇਹ ਸੱਟ ਮਾਰ ਰਹੇ ਨੇ ਕਿਉਂਕਿ ਤਾਨਾਸ਼ਾਹੀ ਵਾਲੇ ਰਸਤੇ 'ਤੇ ਤੁਰੇ ਹੋਏ। ਤੁਹਾਨੂੰ ਪਤਾ ਹੋਣਾ ਹੈ ਜਿਹੜਾ ਹੁਣ ਇਹ ਖੇਤੀ ਦੇ ਕਾਨੂੰਨ ਵੀ ਬਣਾਏ ਆ, ਸਟੇਟ ਦੇ ਅਧਿਕਾਰ 'ਚ ਆਉਂਦਾ ਹੈ। ਇਸ ਲਈ ਇਹ ਸਟੇਟਾਂ ਦੇ ਅਧਿਕਾਰਾਂ ਨੂੰ ਜਿਹੜਾ ਉਹਨਾਂ ਨੂੰ ਬਾਰ-ਬਾਰ ਸੀਮਿਤ ਕਰਦਾ ਜਾ ਰਿਹਾ ਹੈ। ਜਦੋਂ GST ਦਾ ਸਮਾਂ ਵੀ ਆਇਆ ਉਦੋਂ ਵੀ ਉਹ ਜਿਹੜਾ ਸਟੇਟਾਂ ਨੂੰ ਅਧਿਕਾਰ ਸੀ ਉਹ ਸਾਰਾ ਇਹਨਾਂ ਨੇ ਆਪਣੇ ਹੱਥ 'ਚ ਕਰ ਲਿਆ। ਪਹਿਲਾਂ ਸਾਰਾ ਜਿਹੜਾ ਮਾਲੀਆ ਇਹਨਾਂ ਦੇ ਕੋਲ ਜਾਂਦਾ ਹੈ, ਫਿਰ ਇਹ ਕਿਸੇ ਸਟੇਟ ਨੂੰ ਦੇਣ ਚਾਹੇ ਨਾ ਦੇਣ। ਇਸ ਲਈ ਇਹ ਜਿਹੜੇ ਹੈ ਲੋਕਤੰਤਰ ਤੋਂ ਇਹ ਖਿਲਾਫ ਨੇ, ਭਾਵੇਂ ਚੋਣਾਂ ਹੋਣ ਜਾਂ ਹੋਰ ਵੀ ਹੋਣ, ਉਹ ਇੱਕ ਦਿਖਾਵੇ ਦੀਆਂ ਕਰਾਈਆਂ ਜਾਂਦੀਆਂ ਨੇ। ਇਸ ਲਈ ਜਿਹੜੇ ਲੋਕ ਹੈ ਹਿੰਦੁਸਤਾਨ 'ਚ ਲੋਕਤੰਤਰ ਦੇ ਲਈ ਲੜਨਗੇ ਕਿਉਂਕਿ ਪਹਿਲਾਂ ਵੀ ਭਗਤ ਸਿੰਘ ਵਰਗਿਆਂ ਨੇ, ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਇਸ ਆਜ਼ਾਦੀ ਨੂੰ ਤੇ ਲੋਕਤੰਤਰ ਨੂੰ ਬਹਾਲ ਇੱਥੇ ਕਰਾਇਆ ਸੀ ਆਪਣੀਆਂ ਜਾਨਾਂ ਦੇ ਕੇ। ਉਹ ਲੋਕ ਇਸ ਆਜ਼ਾਦੀ ਨੂੰ ਤੇ ਇਸ ਦੀ ਰਾਖੀ ਕਰਨ ਜਾਣਦਾ ਨੇ ਪੰਜਾਬ ਦੇ ਅਤੇ ਹਿੰਦੁਸਤਾਨ ਦੇ। ਇਸ ਲਈ ਇਸ ਦੇ ਨਾਲ ਜਿੱਥੇ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਜਾਏਗੀ, ਉੱਥੇ ਨਾਲ ਦੀ ਨਾਲ ਹੀ ਇਸ ਲੋਕਤੰਤਰ ਨੂੰ ਬਚਾਉਣ ਦੇ ਤੇ ਸਟੇਟਾਂ ਦੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਵੀ ਲੜਾਈ ਅਸੀਂ ਲੜ ਰਹੇ ਹਾਂ ਨਾਲ ਜੀ। ਔਰ ਕਿੰਨਾ ਕੁ ਇਕੱਠ ਲੈ ਕੇ ਤੁਸੀਂ ਚੱਲੇ ਹੋ? ਇਹ ਹੋਰ ਵੀ ਗੱਡੀਆਂ ਨੇ ਤੁਹਾਡੇ ਨਾਲ ਜਾਂ ਇਹ ਜਿਹੜੀ ਬੱਸ ਦੇ ਵਿੱਚ ਜਿੰਨੇ ਕਿਸਾਨ ਵੀਰ ਨੇ, ਕਿਸਾਨ ਭਰਾ ਨੇ ਸਾਡੇ ਚੱਲੇ ਹੋਏ ਨੇ? ਸਾਡੇ ਨਾਲ ਪਿੱਛੋਂ ਬਹੁਤ ਗੱਡੀਆਂ ਆ ਰਹੀਆਂ ਨੇ, ਹੋਰ ਜ਼ਿਲ੍ਹਿਆਂ ਤੋਂ ਵੀ ਆ ਰਹੀਆਂ, ਸਾਡੇ ਜ਼ਿਲ੍ਹੇ ਤੋਂ ਵੀ ਆ ਰਹੀਆਂ, ਥਾਂ ਤੋਂ ਇੱਧਰੋਂ ਵੀ ਕਿਸਾਨ ਆ ਰਹੇ ਨੇ ਆਪਣੇ ਆਪਣੇ ਤੌਰ ਤੇ। ਇਹ ਸਾਡੀਆਂ ਗੱਡੀਆਂ ਤਾਂ ਜਿਹੜੀਆਂ ਹੈਗੀਆਂ ਇੱਥੋਂ ਹੀ ਆਈਆਂ ਨੇ, 5-6 ਗੱਡੀਆਂ ਕੁਛ ਅੱਗੇ ਲੰਘੀਆਂ, ਇਹ ਇਸੇ ਏਰੀਏ ਤੋਂ ਨੇੜੇ ਤੋਂ ਹੀ ਆਈਆਂ ਨੇ। ਬਾਕੀ ਤਾਂ ਪਿੱਛੋਂ ਹੋਰ ਕਿਸਾਨ ਆ ਰਹੇ ਨੇ ਤੇ ਕਿਸਾਨਾਂ ਦੇ ਹੁਣ ਕਾਫਲੇ ਤੁਰੇ ਹੋਏ ਨੇ, ਸਾਰੇ ਆ ਰਹੇ ਨੇ ਜੀ। ਬਾਪੂ ਜੀ, ਮੈਂ ਦੇਖ ਰਿਹਾ ਬਾਪੂ ਜੀ ਹੱਥ ਦੇ ਵਿੱਚ ਤੁਹਾਡੇ ਖੁੰਡਾ ਹੈ, ਠੀਕ ਹੈ, ਔਰ ਲਗਾਤਾਰ ਤੁਸੀਂ ਸੰਘਰਸ਼ ਕਰਨਾ, ਕੀ ਸਮਝਦੇ ਹੋ? ਮੇਰੇ ਭਾਈ ਬੋਲ ਹਾਂਜੀ, ਮੈਂ ਬੋਲ ਨਹੀਂ ਸਕਦਾ। ਅੱਛਾ, ਬੋਲ ਨਹੀਂ ਸਕਦੇ। ਵੈਸੇ ਅੰਦੋਲਨ ਦੇ ਵਿੱਚ ਜਿਹੜਾ ਹੈ ਜੀ, ਔਰ ਕਿਹੜੀ ਜਗ੍ਹਾ ਤੋਂ ਆਏ ਹੋ? ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਇਨਕਲਾਬ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਾਲੇ ਕਾਨੂੰਨ ਵਾਪਸ ਲਿਓ, ਵਾਪਸ ਲਿਓ, ਵਾਪਸ ਲਿਓ। ਕਾਲੇ ਕਾਨੂੰਨ ਵਾਪਸ ਲਿਓ, ਵਾਪਸ ਲਿਓ, ਵਾਪਸ ਲਿਓ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਇਨਕਲਾਬ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਾਲੇ ਕਾਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ। ਇਨਕਲਾਬ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕਾਰਪੋਰੇਟ ਘਰਾਣਿਆਂ ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕਾਰਪੋਰੇਟ ਘਰਾਣਿਆਂ ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਇਨਕਲਾਬ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਲਗਾਤਾਰ ਤੁਸੀਂ ਦੇਖ ਰਹੇ ਹੋ ਮੋਦੀ ਸਰਕਾਰ ਮੁਰਦਾਬਾਦ ਦੇ ਨਾਰਿਆਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਅੱਗੇ ਵਧ ਰਹੇ ਨੇ। ਔਰ ਜਿਹੜੇ ਘਰਾਣੇ ਨੇ, ਜਿਹੜੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ
ਕਿ ਇਹਨਾਂ ਨੂੰ ਘੇਰਨ ਦੇ ਲਈ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਰੀਕੇਡਿੰਗ ਕਰਤੀ ਗਈ ਹੈ। ਨਾਲ ਦੀ ਨਾਲ ਜਿਹੜਾ ਹੈ ਵੱਡੇ ਪੱਧਰ ਤੇ ਸੰਘਰਸ਼ ਇਹਨਾਂ ਦੇ ਵੱਲੋਂ ਵਿੱਢਿਆ ਜਾ ਰਿਹਾ ਹੈ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਣ ਦੀਆਂ ਨੇ। ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਸਵੀਰਾਂ ਲਾਈਵ ਤਸਵੀਰਾਂ ਹਮਦਰਦ ਟੀਵੀ ਦੇ ਵੱਲੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ। ਕਿਸ ਤਰ੍ਹਾਂ ਪੰਜਾਬ ਦੇ ਵਿੱਚ ਅੰਦੋਲਨ ਜਿਹੜਾ ਹੈ ਪੂਰੇ ਜੋਬਨ ਦੇ ਉੱਤੇ ਹੈ, ਪੂਰੇ ਸਿਖਰਾਂ ਦੇ ਉੱਤੇ ਹੈ। ਹਾਲਾਂਕਿ ਗਵਾਂਢੀ ਸੂਬੇ ਦੇ ਵੱਲੋਂ ਇਸ ਨੂੰ ਰੋਕਣ ਦੇ ਲਈ ਹਰਿਆਣਾ ਦੇ ਵਿੱਚ ਐਂਟਰ ਨਾ ਕਰਨ ਦੀ ਜਿਹੜੀ ਹੈ ਉਹ ਗੱਲ ਕਹੀ ਜਾ ਰਹੀ ਹੈ। ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਦੇਖਦੇ ਆ ਰਹੇ ਹੋ। ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਬਾਈ ਜੀ, ਵੱਡੇ ਪੱਧਰ ਤੇ ਅੰਦੋਲਨ ਚੱਲ ਰਿਹਾ ਹੈ, ਕੀ ਕਹੋਗੇ ਇਹਦੇ ਬਾਬਤ? ਇਹ ਅੰਦੋਲਨ ਮੋਦੀ ਦੀਆਂ ਜੜ੍ਹਾਂ ਪੱਟਣ ਲਈ ਕਾਮਯਾਬ ਰਹੇਗਾ ਜੀ। ਅਸੀਂ ਜਿਹੜੇ ਕਾਨੂੰਨ ਵਾਪਸ ਕਰਾਉਣ ਲਈ ਨਿਰਣਾ ਲਿਆ, ਉਹ ਪ੍ਰਣ ਕੀਤਾ ਹੈ, ਉਹ ਪੂਰਾ ਕਰਾਂਗੇ। ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਤੇ ਔਰ ਕਿੰਨਾ ਕਾਫਲਾ ਆਇਆ ਤੁਹਾਡੇ ਨਾਲ? ਟਿਵਾਣਾ ਪਿੰਡ ਤੋਂ ਆ ਬਹੁਤ ਟਰਾਲੀਆਂ ਆਈਆਂ, ਲੱਖਾਂ ਦੇ ਤਾਦਾਦ 'ਚ ਦੁਨੀਆ ਆ ਰਹੀ ਆ ਜੀ। ਔਰ ਲਗਾਤਾਰ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ। ਲਗਾਤਾਰ ਸਾਡੀ ਕੋਸ਼ਿਸ਼ ਇਹ ਹੈ ਕਿ ਲਾਈਵ ਅਪਡੇਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ। ਔਰ ਜਗ੍ਹਾ ਜਗ੍ਹਾ ਦੇ ਉੱਤੇ ਲੰਗਰਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ। ਜਿੰਨੀ ਵੀ ਸੰਗਤ, ਜਿੰਨੇ ਵੀ ਕਿਸਾਨ ਆਗੂ ਇੱਥੇ ਪਹੁੰਚ ਰਹੇ ਨੇ, ਵੱਡੀ ਤਾਦਾਦ ਦੇ ਵਿੱਚ ਇੱਥੇ ਪਹੁੰਚ ਰਹੇ ਨੇ। ਤਸਵੀਰਾਂ ਇਸ ਵੇਲੇ ਸ਼ੰਭੂ ਬਾਰਡਰ ਦੇ ਬਿਲਕੁਲ ਨਜ਼ਦੀਕ ਦੀਆਂ ਨੇ। ਹਾਲਾਂਕਿ ਸ਼ੰਭੂ ਬਾਰਡਰ ਦੀ ਜਿਹੜੀ ਤਸਵੀਰ ਆ ਉਹ ਵੀ ਤੁਹਾਡੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਇਸ ਅੰਦੋਲਨ ਦੇ ਵਿੱਚ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਜਿਹੜਾ ਹੈ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਨੇ। ਔਰ ਵੱਡਾ ਕਾਫਲਾ ਹੈ। ਇਸ ਕਾਫਲੇ ਦੇ ਵਿੱਚ ਅੱਗੇ ਜਿਹੜੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਦੇ ਵਿੱਚ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਜਿਹੜੇ ਝੰਡੇ ਨੇ ਉਹ ਸਾਫ਼ ਤੌਰ ਤੇ ਇੱਕੋ ਹੀ ਨਾਰਾ ਲੈ ਕੇ ਦਿੱਲੀ ਵੱਲ ਨੂੰ ਜਾ ਰਹੇ ਨੇ ਕਿ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ। ਨੌਜਵਾਨਾਂ ਦੇ ਵੱਲੋਂ, ਬਜ਼ੁਰਗਾਂ ਦੇ ਵੱਲੋਂ, ਹੋਰ ਵੱਖ-ਵੱਖ ਕਿਸਾਨ ਆਗੂਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਸ਼ੰਭੂ ਬਾਰਡਰ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ। ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੀ ਲਾਈਵ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਫਿਲਹਾਲ ਜੋ ਇਸ ਵੇਲੇ ਸਿਨੈਰੀਓ ਬਣਾ ਹੋਇਆ ਹੈ ਪੰਜਾਬ ਦੇ ਵਿੱਚ, ਅੰਦੋਲਨ ਜਿਹੜਾ ਹੈ ਪੂਰੇ ਜੋਬਨ ਤੇ ਹੈ। 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਕਿਸਾਨਾਂ ਦੇ ਵੱਲੋਂ 26 ਤੇ 27 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕੀਤੀ ਗਈ ਸੀ। ਕਾਫਲਾ ਵੱਡਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਤੁਸੀਂ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ। ਸ਼ੰਭੂ ਬਾਰਡਰ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਨੇ। ਕਿਸਾਨ ਕਿਰਤੀ ਯੂਨੀਅਨ ਜਿੰਦਾਬਾਦ ਦੇ ਬੈਨਰ ਹੇਠ ਵੱਖ-ਵੱਖ ਟਰੈਕਟਰ ਟਰਾਲੀਆਂ ਦੇ ਵਿੱਚੋਂ ਮਾਰਚ ਕੀਤਾ ਜਾ ਰਿਹਾ ਹੈ। ਔਰ ਬਹੁਤ ਸਾਰੇ ਨੌਜਵਾਨ ਵੀਰ ਵੀ ਜਿਹੜੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਔਰ ਕਿੰਨਾ ਕਾਫਲਾ ਤੁਹਾਡੇ ਨਾਲ ਆਇਆ ਹੋਇਆ? ਅਸੀਂ ਜ਼ਿਲ੍ਹਾ ਜਲੰਧਰ ਪਿੰਡ ਬਿਲਗਾ ਤੋਂ ਆਏ ਹਾਂ। ਅੱਛਾ ਜੀ। ਕਿੰਨੀਆਂ ਟਰੈਕਟਰ ਟਰਾਲੀਆਂ ਲੈ ਕੇ ਚੱਲੇ ਸੀਗੇ? ਸਾਡੇ ਨਾਲ ਤਾਂ ਘੱਟੋ ਘੱਟ 40-50 ਟਰਾਲੀਆਂ ਆ ਰਹੀਆਂ ਮਗਰ। ਅੱਛਾ ਜੀ। ਤੇ ਹੁਣ ਅਗਲੀ ਕੀ ਰਣਨੀਤੀ ਹੈ? ਕਿਉਂਕਿ ਸ਼ੰਭੂ ਬਾਰਡਰ ਤਾਂ ਬੰਦ ਕੀਤਾ ਹੋਇਆ ਹੈ ਪੁਲਿਸ ਦੇ ਵੱਲੋਂ। ਜਦ ਤੱਕ ਲੰਘਣ ਨਹੀਂ ਦਿੰਦੇ ਅਸੀਂ ਇੱਥੇ ਬੈਠਾਂਗੇ, ਧਰਨਾ ਲਾਵਾਂਗੇ ਇੱਥੇ ਜੀ। ਸ਼ਾਂਤੀਪੂਰਵਕ ਜਿਹੜਾ ਪ੍ਰਦਰਸ਼ਨ, ਸ਼ਾਂਤੀਪੂਰਵਕ। ਸਾਡਾ ਕੋਈ ਇਹੋ ਜਿਹਾ ਏਜੰਡਾ ਨਹੀਂ ਹੈਗਾ। ਜੀ। ਅਸੀਂ ਤਾਂ ਸ਼ਾਂਤੀਪੂਰਵਕ ਧਰਨਾ ਲਾ ਰਹੇ ਹਾਂ ਕਿ ਉਸ ਮੋਦੀ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਕਿਸਾਨਾਂ ਦੀ। ਜੀ। ਕੋਈ ਨਾ ਧੱਕਾ ਨਾ ਕਰੇ। ਅਕਸਰ ਦੇਸ਼ ਦਾ ਪ੍ਰਧਾਨ ਮੰਤਰੀ ਆ, ਉਹਨੂੰ ਸਾਰੇ ਬਾਰੇ ਸੋਚਣਾ ਚਾਹੀਦਾ ਆ। ਸਾਡੀ ਉਹਦੀ ਮੂਹਰੇ ਬੇਨਤੀ ਹੱਥ ਜੋੜ ਕੇ ਕਿ ਉਹ ਲੋਕਾਂ ਦੀ ਪੁਕਾਰ ਸੁਣੇ ਤਾਂ ਉੱਤੇ ਸਹੀ ਫੈਸਲਾ ਲਵੇ। ਜੀ ਬਿਲਕੁਲ ਜੀ। ਲਗਾਤਾਰ ਇਹ ਕਿਸਾਨ ਆਗੂਆਂ ਦੇ ਵੱਲੋਂ ਅਪੀਲ ਤਾਂ ਇਹੀ ਕੀਤੀ ਜਾ ਰਹੀ ਹੈ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਹੈ। ਪਰ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਆਗੂਆਂ ਨੂੰ ਜਿਹੜਾ ਹੈ ਉਹ ਉਕਸਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਹੀ ਜਿਹੜੀਆਂ ਵੱਖ-ਵੱਖ ਜਗ੍ਹਾਵਾਂ ਤੋਂ ਤਸਵੀਰਾਂ ਜਿਹੜੀਆਂ ਨੇ ਝੜਪਾਂ ਹੁੰਦੀਆਂ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਹੈ ਇਹ ਏਜੰਡਾ ਲੈ ਕੇ ਚੱਲੇ ਨੇ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਹੋਏਗਾ। ਬਾਪੂ ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਔਰ ਕਿੰਨਾ ਕਾਫਲਾ ਤੁਹਾਡੇ ਨਾਲ ਆਇਆ? ਅਸੀਂ ਫਲੋਰ ਤੋਂ ਆਏ ਆ। ਕਾਫਲਾ ਤਾਂ ਸਾਡੇ ਨਾਲ ਬਹੁਤ ਆ। ਅੱਛਾ ਜੀ। ਫਲੋਰ ਟੂਲ ਪਲਾਜ਼ਾ ਤੋਂ ਅੱਛਾ ਜੀ। ਚੱਲੇ ਆ। ਤੇ ਕੀ ਲੱਗਦਾ ਹੈ ਅੱਗੇ ਬਾਰਡਰ ਜਿਹੜਾ ਬੰਦ ਕੀਤਾ ਹੋਇਆ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦਾ ਇਰਾਦਾ ਹੈ ਕਿੱਦਾਂ ਹੈ? ਸ਼ਾਂਤੀ ਪ੍ਰੂਫ ਤਾਂ ਤਦੇ ਕਰਾਂਗੇ ਜੇ ਉਹ ਕਰਨ ਦਊਗਾ, ਨਹੀਂ ਤਾਂ ਦੂਏ ਤਰ੍ਹਾਂ ਵੀ ਕਰਾਂਗੇ। ਅੱਛਾ ਜੀ। ਜਿੱਦਾਂ ਵੀ ਹੋਇਆ ਕਰਾਂਗੇ। ਟਰਾਲੀ ਦੇ ਵਿੱਚ ਫੁੱਲ ਤਿਆਰੀਆਂ ਨੇ ਮੈਂ ਰਾਸ਼ਨ। ਕਿਹਾ ਰਾਸ਼ਨ ਛੱਡ ਕੇ ਭਾਵੇਂ 4-5 ਮਹੀਨੇ ਲਾ ਦੇਵੇ। ਇੰਨੇ ਪਏ ਆ ਬੋਰੇ, 5-5 7-7 ਬੋਰੇ ਆਟੇ ਦੇ ਫਿਆ ਕੇ ਰੱਖੇ ਹੋਇਆ। ਦਾਲਾਂ, ਸਬਜ਼ੀਆਂ, ਖੰਡ ਖੁੰਡ ਸਭ ਕੁਝ ਰੱਖਿਆ, ਚਾਹ ਪੱਤੀਆਂ ਪੁੱਤੀਆਂ। ਜੀ ਬਿਲਕੁਲ ਦਰਸ਼ਕੋ, ਤੁਸੀਂ ਲਗਾਤਾਰ ਵੱਖ-ਵੱਖ ਕਿਸਾਨਾਂ ਦੇ ਨਾਲ, ਵੱਖ-ਵੱਖ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਲਗਭਗ ਨਾਰਾ ਜਿਹੜਾ ਇੱਕੋ ਨਾਰਾ ਹੈ, ਕਿਉਂਕਿ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਇਤਿਹਾਸਿਕ ਅੱਜ ਦਾ ਦਿਨ ਹੈ 26 ਤੇ 27 ਤਰੀਕ ਦਾ ਇਤਿਹਾਸਿਕ ਦਿਨ ਹੋਰ ਨਿਬੜੇਗਾ। ਕਿਉਂਕਿ ਐਡੇ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਹੈ ਪਹਿਲਾਂ ਸ਼ਾਇਦ ਆਪਾਂ ਆਜ਼ਾਦੀ ਦੇ ਬਾਅਦ ਦੀ ਗੱਲ ਕਰ ਲਈਏ ਤਾਂ ਕਦੇ ਵੀ ਨਹੀਂ ਚੱਲਿਆ।
ਸਾਰੀਆਂ ਕਿਸਾਨ ਜਥੇਬੰਦੀਆਂ 30 ਕਿਸਾਨ ਜਥੇਬੰਦੀਆਂ ਇੱਕ ਪਾਸੇ ਨੇ, ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਅੰਮ੍ਰਿਤਸਰ ਤੋਂ ਆਏ ਹਾਂ, ਅੱਛਾ ਜੀ, ਤੇ ਕੀ ਰਈਏ ਲੱਗ ਦਿਓ। ਅੱਛਾ, ਕਿੰਨਾ ਕੁ ਜਿਹੜਾ ਪ੍ਰਦਰਸ਼ਨ ਹੈ ਤੁਹਾਡੇ ਵੱਲੋਂ ਕਿੰਨੇ ਕੁ ਇਕੱਠ ਕੀਤਾ ਗਿਆ ਹੈ? ਕੱਠ ਤੇ ਆਵੇ ਲਾ ਸਾਹਮਣੇ ਹੀ ਹੈ ਤੇਰੇ। ਅੱਛਾ ਜੀ, ਫਿਰ ਜੇਕਰ ਪੁਲਿਸ ਪ੍ਰਸ਼ਾਸਨ ਅੱਗੇ ਡੱਕਿਆ ਤੇ ਫਿਰ ਕੀ ਰਣਨੀਤੀ ਹੈ? ਤੇ ਫੇਰ ਤੇ ਆਪ ਤਾਂ ਜਾ ਆਪ ਹੈ ਨਹੀਂ ਝੱਗਾ ਕਾ ਜਾਂ ਨਹੀਂ। ਆ ਰਿਹਾ ਤੇ ਜਾਂ ਪਾਰ ਹੈ। ਆਹੋ, ਜਾਂ ਆਪ ਹੈ ਨਹੀਂ ਝੱਗਾ ਕਾ ਨਹੀਂ। ਬਿਲਕੁਲ ਜੀ, ਬਿਲਕੁਲ। ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ। ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਔਰ ਕਿੰਨਾ ਕਾਫਲਾ ਤੁਸੀਂ ਨਾਲ ਲੈ ਕੇ ਆਏ ਹੋ? ਅਸੀਂ ਅੰਮ੍ਰਿਤਸਰ ਤੋਂ ਆਏ ਹਾਂ, ਕਿਰਤੀ ਕਿਸਾਨ ਯੂਥ ਵਿੰਗ ਦਾ ਜ਼ਿਲ੍ਹਾ ਜਨਰਲ ਸਕੱਤਰ ਹਾਂ ਅੰਮ੍ਰਿਤਸਰ ਦਾ, ਜਗਪ੍ਰੀਤ ਸਿੰਘ ਕੋਟਲਾ ਗੁੱਜਰਾਂ ਜੀ। ਅਸੀਂ ਕਾਫਲਾ ਆਪਣਾ ਜਿਹੜਾ ਅੰਮ੍ਰਿਤਸਰ ਦਾ ਯੂਥ ਵਿੰਗ ਦਾ ਕਾਫਲਾ ਆ, ਸਾਡੇ 10 ਕੁ ਟਰਾਲੀਆਂ ਆਈਆਂ ਆ, ਔਰ ਜਿਹੜਾ ਸਾਡਾ ਸੀਨੀਅਰ ਆ ਉਹਦੇ ਸਾਡੇ 15 ਟਰੱਕ ਆਏ ਆ। ਅੱਛਾ ਜੀ, ਇਕੱਲੇ ਅੰਮ੍ਰਿਤਸਰ ਤੋਂ। ਤਾਂ ਰਣਨੀਤੀ ਬਿਲਕੁਲ ਤਿਆਰ ਹੈ ਕਿ ਬਾਈ ਦਿੱਲੀ ਨੂੰ ਘੇਰ ਕੇ ਰਹਿਣਾ? ਰਣਨੀਤੀ ਬਿਲਕੁਲ ਤਿਆਰ ਆ, ਔਰ ਇਹਨਾਂ ਨੇ ਬੈਰੀਅਰ ਲਾਏ ਹੋਏ ਸੀ ਅੱਗੇ। ਹੁਣ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਆ ਉਹਨਾਂ ਬੈਰੀਅਰ ਚੁੱਕ ਦਿੱਤੇ ਆ, ਔਰ ਸਾਡੀਆਂ ਜਥੇਬੰਦੀਆਂ ਹੁਣ ਜਿਹੜੀਆਂ 31 ਜਥੇਬੰਦੀਆਂ ਆ ਉਹ ਇੱਥੋਂ ਕੂਚ ਕਰਕੇ ਦਿੱਲੀ ਦਾ ਘਰਾਓ ਕਰਨਗੀਆਂ। ਜਿਹੜੇ ਇਹਨਾਂ ਨੇ ਖੇਤੀਬਾੜੀ ਜਿਹੜਾ ਆਰਡੀਨੈਂਸ ਜੋ ਲਾਗੂ ਮਾੜੇ ਕਾਲੇ ਕਾਨੂੰਨ ਲਾਗੂ ਕੀਤੇ ਨੇ ਉਹਨਾਂ ਨੂੰ ਰੱਦ ਕਰਾ ਕੇ ਅਸੀਂ ਰਵਾਂਗੇ। ਬਾਈ ਜੀ ਤੁਸੀਂ ਤਾਂ ਸੜਕਾਂ ਤੇ ਆ ਗਏ, ਔਰ ਜ਼ਿਮੀਂਦਾਰਾ ਫਿਰ ਕਿੱਦਾਂ ਚੱਲੂ? ਕਿਸਾਨ ਆਪਣਾ ਪਿੱਛੇ ਦਾ ਪ੍ਰਬੰਧ ਕਰਕੇ ਆਏ ਹੋ? ਵੇਖੋ ਜੀ, ਆਪਾਂ ਪਿੱਛੇ ਦਾ ਪ੍ਰਬੰਧ ਬਿਲਕੁਲ ਕਰਕੇ ਆਏ ਆ। ਅਸੀਂ ਆਪਣਾ ਰਾਸ਼ਨ ਪਾਣੀ 6-6 ਮਹੀਨੇ ਦਾ ਨਾਲ ਲੈ ਕੇ ਆਏ ਆ। ਤੁਸੀਂ ਦੇਖ ਸਕਦੇ ਜਾ ਕੇ ਟਰੱਕਾਂ ਦੇ ਵਿੱਚ ਅਸੀਂ 6-6 ਮਹੀਨੇ ਦਾ ਆਪਣਾ ਰਾਸ਼ਨ ਲੈ ਕੇ ਆਏ ਆ। ਪਿੱਛੇ ਸਾਡਾ ਪਰਿਵਾਰ ਸਾਨੂੰ ਪੂਰੀ ਸਪੋਰਟ ਆ ਕਿ ਜਦੋਂ ਵੀ ਰਾਸ਼ਨ ਪਾਣੀ ਮੁੱਕੇ ਅਸੀਂ ਤੁਹਾਡਾ ਰਾਸ਼ਨ ਪਾਣੀ ਮਗਰ ਪਹੁੰਚਾਵਾਂਗੇ। ਜੀ ਬਾਪੂ ਜੀ ਬਿਲਕੁਲ ਸਹਿਮਤ ਹੋ ਇਹਨਾਂ ਦੀ ਗੱਲਾਂ ਦੇ ਨਾਲ? ਇਸੇ ਤਰੀਕੇ ਨਾਲ ਰਣਨੀਤੀ ਹੈ ਜੋ ਇਹ ਕਹਿ ਰਹੇ ਆ ਉਹ ਬਿਲਕੁਲ ਸੱਚ ਕਹਿ ਰਹੇ ਆ ਜੀ। ਇਹ 9 ਮਾਰਚ ਦਾ ਰਿਸ਼ਤਾ ਕਿਰਤੀਆਂ ਦਾ ਤੇ ਕਿਸਾਨਾਂ ਦਾ, ਇਹ ਕਦੇ ਵੀ ਜੁਦਾ ਨਹੀਂ ਹੋ ਸਕਦਾ। ਮੈਂ ਚਾਹੂੰਗਾ ਜਿਤਨਾ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਮੰਨ ਲਿਆ ਜਾਵੇ ਤੇ ਠੀਕ ਹੈ। ਗਰੀਬ ਦੇ ਲੋਕ ਵੀ ਤੰਗ ਹੈ, ਮਾੜੇ ਕਿਸਾਨ ਦਾ ਬੜਾ ਮੰਦਾ ਹਾਲ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ 9 ਮਾਰਚ ਦਾ ਰਿਸ਼ਤਾ ਜਿਹੜਾ ਉਹ ਇੱਕ ਹੀ ਰਹੇਗਾ। ਮੈਂ ਤੇ ਇੰਨਾ ਕੁਝ ਹੀ ਕਹਿਣਾ ਹੋਇਆ ਕਹੂੰਗਾ, ਕਿਰਤੀ ਕਿਸਾਨਾਂ ਦਾ ਇੱਕ ਜਿੰਦਾਬਾਦ, ਲੜਦੇ ਲੋਕ ਜਿੰਦਾਬਾਦ, ਹੱਕਾਂ ਲਈ ਜੋ ਲੜਦੇ ਲੋਕ, ਹੱਕਾਂ ਲਈ ਜੋ ਲੜਦੇ ਲੋਕ, ਜੇਲਾਂ ਮਜ਼ਦੂਰਾਂ ਕਿਸਾਨਾਂ ਦਾ ਇੱਕ ਜਿੰਦਾਬਾਦ। ਬਿਲਕੁਲ ਜੀ, ਮਜ਼ਦੂਰਾਂ ਕਿਸਾਨਾਂ ਦਾ ਏਕਾ ਜਿੰਦਾਬਾਦ। ਜਿੱਦਾਂ ਸਾਡੇ ਵੱਲੋਂ ਵੀ ਇਹੀ ਜਿਹੜੀ ਹੈ ਸਾਰਿਆਂ ਨੂੰ ਅਪੀਲ ਕੀਤੀ ਗਈ ਸੀ ਕਿ ਇੱਕ ਅੰਦੋਲਨ ਜਿਹੜਾ ਹੈ ਉਹ ਕਿਸਾਨਾਂ ਦਾ ਇਕੱਲਿਆਂ ਦਾ ਅੰਦੋਲਨ ਨਹੀਂ ਹੈ, ਵੱਖ-ਵੱਖ ਵਰਗਾਂ ਨੂੰ ਇਸ ਦੇ ਨਾਲ ਨੁਕਸਾਨ ਹੋਣ ਵਾਲਾ ਹੈ। ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਕਿਸਾਨ ਨੇ, ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਇਸ ਤੇ ਜਿਹੜਾ ਹੈ ਸਿੱਟਾ ਭੁਗਤਣਾ ਪਏਗਾ। ਔਰ ਲਗਾਤਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕਿਸਾਨੀ ਵਿਰੋਧੀ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਆਰਐਸਐਸ ਭਾਜਪਾ ਗੱਠਜੋੜ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਮੋਦੀ ਦਾ ਫਾਸ਼ੀਵਾਦ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਕਿਸਾਨ ਵਿਰੋਧੀ ਮੋਦੀ ਹਕੂਮਤ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਔਰ ਕਿੰਨਾ ਤੁਹਾਡੇ ਨਾਲ ਕਾਫਲਾ ਆਇਆ ਇਸ ਵੇਲੇ? ਮੈਂ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਮੈਂਬਰ ਜਲੰਧਰ ਜੀ। ਤੇ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਜਿਹੜੇ ਪੰਜਾਬ ਦੇ ਆਪਣੇ ਨਵਾਂ ਸ਼ਹਿਰ, ਆਪਣੇ ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ ਉਹ ਜ਼ਿਲ੍ਹੇ ਸਾਰੇ ਇੱਥੇ ਆਏ ਆ। ਬਾਕੀ ਦੇ ਜਿਹੜੇ 2 ਹੋਰ ਆਪਣੇ ਹੈਗੇ ਆ ਬੈਰੀਅਰ ਉਹਨਾਂ ਦੇ ਉੱਤੇ ਪਹੁੰਚੇ ਆ। ਤੇ ਅਸੀਂ ਇਹ ਮੰਨ ਕੇ ਆਏ ਆ ਵੀ ਜੋ ਮੋਦੀ ਹਕੂਮਤ ਕਰਦੀ ਆ, ਪਹਿਲਾਂ ਤਾਂ ਮੈਂ ਕਹੂੰਗਾ ਬਹੁਤ ਹੀ ਸ਼ਰਮ ਦੀ ਗੱਲ ਆ ਜੋ ਅਸੀਂ ਇੱਥੇ ਆ ਕੇ ਸਵੇਰੇ ਮੁਆਇਨਾ ਕੀਤਾ, ਕੰਡਾਂ ਦਾ ਤਾਰਾਂ ਲਾਈਆਂ ਜਾ ਰਹੀਆਂ ਆ ਤੇ ਉੱਥੇ ਪੱਥਰ ਸਿੱਟੇ ਜਾ ਰਹੇ ਆ। ਜੇ ਇਸ ਤਰੀਕੇ ਨਾਲ ਸਾਨੂੰ ਤਾਂ ਇਹ ਦੇਸ਼ ਕਹਿੰਦੇ ਆ ਜਿਹੜੀ ਸ਼ਰਮ ਆਉਂਦੀ ਆ, ਸਾਡਾ ਦੇਸ਼ ਆ, ਕਿੱਥੇ ਰਹਿ ਗਈ ਡੈਮੋਕ੍ਰੇਸੀ? ਵੀ ਸਾਡੀ ਰਾਜਧਾਨੀ ਹੋਵੇ ਦਿੱਲੀ, ਅਸੀਂ ਉਹਦੇ ਵਿੱਚ ਐਂਟਰ ਨਹੀਂ ਕਰ ਸਕਦੇ। ਕੀ ਕਿਸਾਨ ਆ? ਇਹ ਸਾਡੀਆਂ ਵੋਟਾਂ ਨਾਲ ਬਣੇ ਆ, ਅਸੀਂ ਆਪਣੀਆਂ ਡਿਮਾਂਡਾਂ ਲੈ ਕੇ ਜਾ ਰਹੇ ਆ। ਜਿਹੜਾ ਦੇਸ਼ ਦਾ ਮੁਖੀਆ ਹੁੰਦਾ ਉਹ ਮਾਂ-ਬਾਪ ਦੇ ਬਰਾਬਰ ਹੁੰਦਾ, ਉਹ ਕਿਉਂ ਨਹੀਂ ਸਾਡੀ ਗੱਲ ਸੁਣ ਰਿਹਾ? ਇਹ ਕਿੱਡੀ ਸ਼ਰਮ ਦੀ ਗੱਲ ਆ। 26-27 ਦਾ ਅਸੀਂ ਪਹਿਲਾਂ ਐਲਾਨ ਕੀਤਾ ਸੀ, ਉਹਨੇ ਹੁਣ ਕੀ ਕੀਤਾ ਵੀ 3 ਤਰੀਕ ਦੀ ਮੀਟਿੰਗ ਦਿੱਤੀ ਆ। ਉਹ ਮੋਦੀ ਕੀ ਚਾਹੁੰਦਾ ਆ ਬਈ ਆਓ ਮੇਰੇ ਨਾਲ ਮੀਟਿੰਗ ਕਰੋ, ਸਿਰ ਝੁਕਾ ਕੇ ਮੀਟਿੰਗ ਕਰੋ। ਮੈਂ ਉੱਦਾਂ ਤੁਹਾਨੂੰ ਮੀਟਿੰਗ ਨਹੀਂ ਦਊਂਗਾ। ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਸਿਰ ਝੁਕਾ ਕੇ ਨਹੀਂ, ਉਹ ਸਿਰ ਝੁਕਾਉਣਾ ਜਾਣਦੀਆਂ ਆ ਜੀ। ਬਿਲਕੁਲ, ਕਿਉਂਕਿ ਇਹ ਜਿਹੜਾ ਮੋਦੀ ਆ ਇਹ ਕੁਛ ਕਾਰਪੋਰੇਟ ਘਰਾਣਿਆਂ ਦਾ ਦੱਲਾ ਆ।
ਇਹ ਏਜੰਟ ਆ, ਇਹਨੇ ਸਾਡਾ ਸਾਰਾ ਦੇਸ਼ ਵੇਚ ਦਿੱਤਾ। ਇਹ ਲੜਾਈ ਕੱਲੇ ਕਿਸਾਨੀ ਕਾਨੂੰਨਾਂ ਤੱਕ ਸੀਮਤ ਨਹੀਂ ਰਹਿਣੀ, ਇਦੋਂ ਅੱਗੇ ਜਾਣੀ ਆ। ਜਿੰਨਾ ਅਡਾਨੀ ਅਬਾਨੀ ਦੀ ਆ ਕਰੋਨਾ ਸੰਕਟ ਦੇ ਵਿੱਚ ਤੁਸੀਂ ਦੇਖੋ, ਉਹਨਾਂ ਦੀ ਦੌਲਤ ਦੇ ਵਿੱਚ ਥਾਂ ਵਾਧਾ ਹੋਇਆ। ਜਿਹੜਾ ਮਜ਼ਦੂਰ ਆ ਉਹ ਆ ਜੀਟੀ ਰੋਡ ਦੇ ਉੱਤੇ ਉਹਦੇ ਪੈਰਾਂ 'ਚ ਛਾਲੇ ਪੈ ਗਏ। ਸਾਡੀਆਂ ਭੈਣਾਂ ਨੇ, ਮਾਵਾਂ ਨੇ ਆ ਸੜਕਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ। ਤੇ ਇਦਾਂ ਦਾ ਜਿਹੜਾ ਇਹ ਮੋਦੀ ਦੇਸ਼ ਬਣਾ ਲਿਆ, ਇਹ ਸਾਨੂੰ ਮੰਦਰ ਨਹੀਂ ਚਾਹੀਦੇ, ਸਾਨੂੰ ਪਟੇਲ ਦੀਆਂ ਮੂਰਤੀਆਂ ਨਹੀਂ ਚਾਹੀਦੀਆਂ, ਸਾਨੂੰ ਉਹ ਕੁਛ ਨਹੀਂ ਚਾਹੀਦਾ। ਤੇ ਫਾਸ਼ੀ ਮਾਰ ਕੇ ਹੁੰਦਾ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਜੀ ਲਗਾਤਾਰ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਦੇ ਵਿੱਚ ਸ਼ੰਭੂ ਬਾਰਡਰ ਦੇ ਵੱਲ ਕੂਚ ਕੀਤਾ ਜਾ ਰਿਹਾ ਹੈ। ਮੇਰੇ ਨਾਲ ਕਿਸਾਨ ਆਗੂ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਕਿਹੜੀ ਜਗ੍ਹਾ ਤੋਂ ਆਏ ਹੋ ਔਰ ਕਿੰਨਾ ਕਾਫਲਾ ਤੁਹਾਡੇ ਨਾਲ ਆਇਆ ਹੈ, ਕਿਉਂਕਿ ਵੱਡਾ ਸੰਘਰਸ਼ ਹੋਣ ਵਾਲਾ ਹੈ? ਅਸੀਂ ਡੇਰਾ ਬਾਬਾ ਨਾਨਕ ਤੋਂ ਆਏ ਹਾਂ ਜੀ। ਅਸੀਂ ਇਸ ਸੰਘਰਸ਼ ਨੂੰ ਸਿਰੇ ਚਾੜ ਕੇ ਜਾਵਾਂਗੇ ਔਰ ਗੁਰਦਾਸਪੁਰ ਦੀ ਧਰਤੀ ਹਮੇਸ਼ਾ ਮੋਰਚੇ ਦਿੱਲੀ ਤੇ ਫਤਿਹ ਕਰਦੀ ਰਹੀ ਹੈ, ਹੁਣ ਵੀ ਕਰਕੇ ਜਾਵਾਂਗੇ ਜੀ। ਤੇ ਇਹ ਨਾ ਕੋਈ ਹੋਇਆ ਕਿ ਜਿਤਨਾ ਇਧਰ ਗਿਆ ਉਤਰਾ ਹੀ ਮੋਦੀ ਨੂੰ ਖੱਪੇ ਜਾਗੇ, ਇਹ ਪੂਰਾ ਕੰਮ ਫਤਿਹ ਕਰਕੇ ਜਾਣਾ ਹੋਗਾ। ਸਰ, ਅੱਗੇ ਜਿਹੜਾ ਹੈ ਲਗਭਗ, ਕਿਉਂਕਿ ਜਿਹੜਾ ਆਪਣਾ ਗਵਾਂਢੀ ਸੂਬਾ ਹੈ ਉਹਦੇ ਮੁੱਖ ਮੰਤਰੀ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਕਿਸਾਨ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ। ਕੀ ਸਮਝਦੇ ਹੋ, ਕੀ ਰਣਨੀਤੀ ਤਿਆਰ ਕੀਤੀ ਗਈ ਹੈ? ਕਿਉਂਕਿ ਜਿਹੜਾ ਸੰਘਰਸ਼ ਹੈ ਲੰਬੇ ਸਮੇਂ ਤੱਕ ਚੱਲਣਾ ਹੈ, ਨੋ ਡਾਊਟ। ਔਰ ਕੀ ਰਣਨੀਤੀ ਜਿਹੜੀ ਹੈ ਤਿਆਰ ਕੀਤੀ ਗਈ ਹੈ? ਦੇਖੋ, ਰਣਨੀਤੀ ਸਾਡੀ ਦਿੱਲੀ ਨੂੰ ਘੇਰਾ ਪਾਉਣ ਦੀ ਹੈ। ਦਿੱਲੀ ਦਾ ਜਿਹੜਾ ਸਰਕਾਰ ਦੇ ਬਿਲਕੁਲ ਅਸੀਂ ਨਾਕਾਬੰਦੀ ਕਰਨੀ ਹੈ ਇਹਨਾਂ ਦੀ ਜੀ। ਇਹ ਜਿਹੜਾ ਖੱਟਰ ਹੈ ਇਹ ਮੋਦੀ ਦਾ ਹੀ ਭਾਈਵਾਲ ਹੈ, ਉਹਦੇ ਟੁਕੜਿਆਂ ਤੇ ਪਲਣ ਵਾਲਾ ਏ। ਮਗਰ ਇਹਨਾਂ ਨੂੰ ਜਿਹੜੀ ਚਲਾ ਰਹੀ ਹੈ ਏਜੰਸੀ ਉਹ ਵੀ ਇੱਕ ਹੈ, ਨੀਤੀਆਂ ਇਹਨਾਂ ਦੀਆਂ ਇੱਕ ਨੇ। ਇਹ ਸਾਨੂੰ ਇੱਥੇ ਰੋਕ ਕੇ ਵੇਖ ਲੈਣਾ ਹੈ। ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਇੱਥੋਂ ਨਿਕਲਣ ਦੀ। ਇਨ ਕੇਸ ਇੱਥੇ ਰੁਕਦੇ ਵੀ ਆ ਤੇ ਦਿੱਲੀ ਦੇ ਨਾਲ ਨਾਲ ਹਰਿਆਣੇ ਦੀ ਵੀ ਜਿਹੜੀ ਹੈਗੀ ਉਹ ਵੀ ਨਾਕਾਬੰਦੀ ਹੋ ਜਾਏਗੀ। ਫਿਰ ਉਹਦੇ ਨਾਲ ਇਹਨੂੰ ਵੀ ਪਤਾ ਲੱਗ ਜੂਗਾ ਕਿ ਕਿਸਾਨਾਂ ਨੂੰ ਰੋਕਣ ਦਾ ਫਲ ਇਹਨੂੰ ਪਤਾ ਲੱਗ ਜੂ ਜੀ। ਆਪਾਂ ਬਿਲਕੁਲ ਜਿਹੜਾ ਹੈਗਾ ਦਿੱਲੀ ਦੇ ਨਾਲ ਨਾਲ ਫਿਰ ਜਿਹੜਾ ਹੈਗਾ ਹਰਿਆਣੇ ਦੀ ਵੀ ਨਾਕਾਬੰਦੀ ਪੂਰੀ ਕਰ ਦੇਣੀ ਹੈ, ਸਪਲਾਈ ਬੰਦ ਕਰਨੀ ਹਰ ਪਾਸੇ ਜੀ। ਜਿੱਦਾਂ ਦਾ ਰਿਸਪੌਂਸ ਚਾਹੀਦਾ ਸੀਗਾ, ਕਿਉਂਕਿ ਇੱਕ ਵੱਡੇ ਪੁੱਤ ਤੋਂ ਛੋਟਾ ਪੁੱਤ ਵੱਖ ਕੀਤਾ ਹਰਿਆਣਾ, ਉਹ ਲੱਗਦਾ ਸੀਗਾ ਕਿ ਮਨੋਹਰ ਜਿਹੜੇ ਖੱਟਰ ਸਾਹਿਬ ਨੇ ਉਹਨਾਂ ਨੂੰ ਇਹ ਬਿਆਨਬਾਜ਼ੀ ਨਹੀਂ ਸੀ ਕਰਨੀ ਚਾਹੀਦੀ। ਦੇਖੋ, ਜਿਹੜੀ ਗੱਲ ਹੈ ਨਾ ਸਾਡੀ ਭਾਈਚਾਰੇ ਦੀ, ਭਾਈਚਾਰਾ ਹਰਿਆਣੇ ਦਾ ਤੇ ਪੰਜਾਬ ਦਾ ਜਿਹੜਾ ਉਹ ਇੱਕ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਸਿਰਫ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀ ਜਿਹੜੀ ਇਹ ਸੋਚ ਮਾੜੀ ਹੈ। ਇਹ ਰਾਜ ਕਰਨ ਵਾਲੇ ਜਿਹੜੇ ਲੋਕ ਨੇ ਇਹ ਮਾੜੇ ਨੇ। ਇਹ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਕਿਸਾਨੀ ਦੇ ਨਾਲ ਇਹ ਧੱਕਾ ਕਰਦੇ ਰਹੇ ਨੇ। ਇਹਨਾਂ ਨੇ ਆਪਣੀਆਂ ਨੀਤੀਆਂ ਵਾਸਤੇ, ਆਪਣੇ ਇਹਨਾਂ ਰਾਜ ਭਾਗ ਵਾਸਤੇ ਇਹਨਾਂ ਨੇ ਜਿਹੜੀ ਹੈ ਸੂਬਿਆਂ ਦੇ ਦੇਸ਼ ਦੀ ਇਹਨਾਂ ਨੇ ਵੰਡ ਪਾਈ ਹੈ। ਇਹ ਭਾਈਚਾਰਕ ਤੌਰ ਤੇ ਹਰਿਆਣਾ ਤੇ ਅਸੀਂ ਇੱਕ ਹੀ ਆ। ਰਾਜ ਕਰਨ ਵਾਲਿਆਂ ਦੀਆਂ ਨੀਤਾਂ ਖੋਟੀਆਂ ਨੇ ਔਰ ਉਹਨਾਂ ਨੂੰ ਅੱਜ ਉਹਨਾਂ ਦੀ ਔਕਾਤ ਚੇਤੇ ਕਰਵਾ ਦੇਣੀ ਹੈ। ਮੋਦੀ ਦੇ ਨਾਲ ਨਾਲ ਮਨੋਹਰ ਲਾਲ ਖੱਟਰ ਦੀ ਵੀ ਹੁਣ ਘੇਰਨ ਦੀ ਤਿਆਰੀ ਨਹੀਂ ਕਰ ਲਈ ਗਈ ਕਿਸਾਨਾਂ ਨੂੰ? ਬਿਲਕੁਲ 100% ਜੀ। ਜਿਹੜਾ ਹੁਣ ਸਾਡੇ ਰਸਤੇ 'ਚ ਆਊਗਾ, ਆਪਣਾ ਤਾਂ ਨਾਰਾ ਹੈ ਕਿ ਜਿਹੜਾ ਸਾਡੇ ਨਾਲ ਖੜੂ ਉਹੀ ਪਿੰਡਾਂ ਵਿੱਚ ਵੜੂ। ਸਾਡੀ ਇਹ ਆਮ ਨਾਰਾ ਚੱਲ ਰਿਹਾ ਤੇ ਆਪਾਂ ਜਿਹੜਾ ਸਾਡੇ ਨਾਲ ਖੜੂ ਉਹੀ ਪਿੰਡਾਂ ਵਿੱਚ ਵੜੂ, ਜਿਹੜਾ ਸਾਡੇ ਨਾਲ ਖੜੂ ਉਹੀ ਪਿੰਡਾਂ ਵਿੱਚ ਵੜੂ। ਹੁਣ ਇਹ ਜੇ ਸਾਡੇ ਮੂਹਰੇ ਆਉਂਦੇ ਨੇ ਤਾਂ ਇਹ ਵੀ ਸਾਡੇ ਦੁਸ਼ਮਣ ਹੀ ਨੇ। ਆਪਾਂ ਕਾਹਤੋਂ ਨਹੀਂ ਇਹਨਾਂ ਨੂੰ ਬਖਸ਼ਾਂਗੇ। ਅਸੀਂ ਬਿਲਕੁਲ ਹਰਿਆਣੇ ਦੀ ਵੀ ਨਾਕਾਬੰਦੀ ਕਰਾਂਗੇ ਜੀ। ਬਿਲਕੁਲ ਜੀ। ਲਗਾਤਾਰ ਦਰਸ਼ਕਾਂ ਨੂੰ ਆਪਾਂ ਵੱਖ-ਵੱਖ ਤਸਵੀਰਾਂ ਜਿਹੜੀਆਂ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੱਖ-ਵੱਖ ਸੂਬਿਆਂ ਤੋਂ, ਵੱਖ-ਵੱਖ ਸ਼ਹਿਰਾਂ ਤੋਂ ਔਰ ਵੱਖ-ਵੱਖ ਪਿੰਡਾਂ ਤੋਂ ਜਿਹੜੇ ਕਿਸਾਨ ਆਗੂ ਨੇ ਇੱਥੇ ਪਹੁੰਚ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਕਾਫਲਾ ਹੈ। ਇਹ ਦ੍ਰਿਸ਼ ਹੈ ਸ਼ੰਭੂ ਬਾਰਡਰ ਨੂੰ ਜਾਣ ਵਾਲੀ ਰੋਡ ਦਾ ਦ੍ਰਿਸ਼ ਹੈ। ਤੁਸੀਂ ਸਾਫ਼ ਤੌਰ ਤੇ ਹਰ ਇੱਕ ਕਿਸਾਨ ਦੇ ਚਿਹਰੇ ਦੇ ਉੱਤੇ, ਹਰ ਕਿਸਾਨ ਆਗੂ ਦੇ ਉੱਤੇ, ਹਰ ਝੰਡੇ ਦੇ ਥੱਲੇ ਸਿਰਫ ਇੱਕ ਹੀ ਨਾਰਾ ਦੇਖੋਗੇ ਕਿ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਜਿਹੜਾ ਪ੍ਰਦਰਸ਼ਨ ਹੈ ਉਹ ਜੋਬਨ ਤੇ ਹੈ ਔਰ ਉਹਨਾਂ ਦੇ ਵੱਲੋਂ ਨਾਰਾ ਜਿਹੜਾ ਹੈ ਇੱਕ ਹੀ ਕੀਤਾ ਜਾ ਰਿਹਾ ਔਰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ 3 ਖੇਤੀ ਕਾਨੂੰਨਾਂ ਨੂੰ ਜਿਹੜਾ ਰੱਦ ਕੀਤਾ ਜਾਵੇ, ਤਾਂ ਹੀ ਜਿਹੜਾ ਇਹ ਜਿਹੜਾ ਅੰਦੋਲਨ ਹੈ ਉਹ ਜਿਹੜਾ ਸਮਾਪਤ ਕੀਤਾ ਜਾਊਗਾ। ਅਦਰਵਾਈਜ਼ ਜਿੰਨਾ ਮਰਜ਼ੀ ਸੰਘਰਸ਼ ਜਿਹੜਾ ਚੱਲੇ ਉਹ ਲੰਬਾ ਚੱਲੇਗਾ, ਕੋਈ ਪਰਵਾਹ ਨਹੀਂ। ਪਰ ਅੰਦੋਲਨ ਜਿਹੜਾ ਜੋਬਨ ਤੇ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਬਾਰਡਰ ਦੀਆਂ ਤੁਸੀਂ ਦੇਖ ਸਕਦੇ ਹੋ। ਕੁਝ ਨੌਜਵਾਨ ਵੀਰ ਮੇਰੇ ਨਾਲ ਨੇ। ਬਾਈ ਜੀ ਕਿਹੜੀ ਯੂਨੀਅਨ ਵੱਲੋਂ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਔਰ ਕੀ ਏਜੰਡਾ ਲੈ ਕੇ ਦਿੱਲੀ ਜਾਓਗੇ? ਆਪਾਂ ਕਿਸਾਨ ਕਮੇਟੀ ਜੀ ਕਿਸਾਨਾਂ ਦੇ ਹੱਕਾਂ ਵਾਸਤੇ ਚੱਲੇ। ਹੁਣ ਬਾਰਡਰ ਅਸੀਂ ਕੋਲ ਤੇ ਇਹਨਾਂ ਨੂੰ ਕਿਸਾਨਾਂ ਨੂੰ ਆਪਾਂ ਇਹ ਕਹਿੰਦੇ ਹੁਣ ਅੱਗੇ ਆ ਜਾਓ। ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਆ ਅਸੀਂ, ਬੰਦਾ ਸਿੰਘ ਬਹਾਦਰ ਦੇ ਆ, ਸੰਤ ਭਿੰਡਰਾਂ ਵਾਲੇ ਦਾ ਚੇਲੇ ਆਪਾਂ। ਅੱਗੇ ਆਓ ਜਿੰਨੇ ਵੀ ਆਣਾ, ਹੁਣ ਇੱਥੇ ਝੁੰਡਲੀਆਂ ਬਣਾ ਕੇ ਨਾ ਖਲੋ। ਹੁਣ ਹਰਿਆਣੇ ਦੇ ਕੰਮ ਕਰਤਾ, ਹੁਣ ਪੰਜਾਬ ਵਾਲਿਓ, ਪੰਜਾਬੀਓ ਤੁਹਾਡੀ ਵਾਰੀ ਹੈ। ਹੁਣ
ਦਿਖਾ ਦਿਓ ਦਿੱਲੀ ਨੂੰ ਵੀ ਪੰਜਾਬੀ ਕੌਣ ਹੁੰਦੇ ਆ, ਪੰਜਾਬੀ ਕੌਮ ਕੌਣ ਹੁੰਦੀ ਏ। ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਆ, ਹੁਣ ਤੁਹਾਡਾ ਵਾਰੀ ਏ, ਹੁਣ ਦਿਖਾਓ ਆਪਣਾ ਜੋਸ਼। ਔਰ ਲਗਾਤਾਰ ਇਹਨਾਂ ਦੇ ਵੱਲੋਂ ਜਿਹੜਾ ਜੋਸ਼ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ, ਕਿਤੇ ਨਾ ਕਿਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਸ਼ਾਂਤਪੂਰਵਕ ਤਰੀਕੇ ਦੇ ਨਾਲ ਜਿਹੜਾ ਹੈ ਇੱਕ ਸੱਦਾ ਜ਼ਰੂਰ ਦਿੱਤਾ ਗਿਆ ਸੀਗਾ ਕਿ ਜਿਹੜਾ ਪ੍ਰਦਰਸ਼ਨ ਹੈ ਸ਼ਾਂਤੀਪੂਰਵਕ ਚੱਲੇਗਾ, ਪਰ ਕਿਤੇ ਨਾ ਕਿਤੇ ਉਕਸਾਉਣ ਦੀ ਜਿਹੜੀ ਕੋਸ਼ਿਸ਼ ਹੈ ਕਿਸਾਨ ਜਥੇਬੰਦੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਇਸ ਅੰਦੋਲਨ ਦੇ ਵਿੱਚ ਕੋਈ ਹਿੰਸਕ ਕੋਈ ਕਦਮ ਚੁੱਕਣ, ਤਾਂ ਹੀ ਇਹ ਸਥਿਤੀ ਬਣੀ ਹੋਈ ਹੈ। ਇਸ ਵੇਲੇ ਤਸਵੀਰਾਂ ਬਿਲਕੁਲ ਸ਼ੰਭੂ ਬਾਰਡਰ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ, ਲਾਈਵ ਤਸਵੀਰਾਂ ਹਮਦਰਦ ਟੀਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਲਗਾਤਾਰ 30 ਕਿਸਾਨ ਜਥੇਬੰਦੀਆਂ ਦੇ ਵੱਲੋਂ ਅਪੀਲ ਤਾਂ ਇਹ ਕੀਤੀ ਗਈ ਹੈ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪ੍ਰਦਰਸ਼ਨ ਚੱਲੇਗਾ, ਪਰ ਹਰਿਆਣਾ ਦੀ ਪੁਲਿਸ ਦੇ ਵੱਲੋਂ ਜੋ ਕੁਝ ਕੀਤਾ ਗਿਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸ਼ਾਂਤੀ ਦੇ ਵਿੱਚ ਭੰਗ ਕਰਨ ਦੀ, ਸ਼ਾਂਤੀਪੂਰਵਕ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨਾਂ ਦਾ ਜੋਸ਼ ਜਿਹੜਾ ਹੈ ਉਹ ਤੁਸੀਂ ਦੇਖਿਆ, ਹੁਣੇ ਗੱਲਬਾਤ ਕੀਤੀ। ਇਸ ਵੇਲੇ ਜਿਹੜੀਆਂ ਤਸਵੀਰਾਂ ਨੇ ਇਹ ਸ਼ੰਭੂ ਬਾਰਡਰ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਨੇ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ, ਵੱਖ-ਵੱਖ ਆਗੂਆਂ ਦੇ ਵੱਲੋਂ ਜਿਹੜਾ ਹੈ ਆਪਣੇ ਜਥੇ ਦੇ ਰਾਹੀਂ ਇੱਥੇ ਜਿਹੜੀ ਹੈ ਸ਼ਿਰਕਤ ਕੀਤੀ ਜਾ ਰਹੀ ਹੈ ਔਰ ਲਗਾਤਾਰ 3 ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ। ਤਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜਿਹੜੇ ਸਾਡੇ ਨਾਲ ਹੁਣ ਜੁੜੇ ਨੇ, ਲਾਈਵ ਤਸਵੀਰਾਂ ਤੁਸੀਂ ਹਮਦਰਦ ਟੀਵੀ ਤੇ ਦੇਖ ਰਹੇ ਹੋ। ਇਹ ਸ਼ੰਭੂ ਬਾਰਡਰ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ। ਵੱਖ-ਵੱਖ ਆਗੂਆਂ ਦੇ ਨਾਲ, ਵੱਖ-ਵੱਖ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਵੱਡਾ ਅੰਦੋਲਨ ਹੈ ਕਿਉਂਕਿ ਜਿੰਨੀ ਤਾਦਾਦ ਦੇ ਵਿੱਚ, ਜਿੰਨੇ ਇਕੱਠ ਦੇ ਵਿੱਚ ਇੱਥੇ ਲੋਕ ਪਹੁੰਚ ਰਹੇ ਨੇ, ਉਹ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਵੱਡੇ ਪੱਧਰ ਤੇ ਅੰਦੋਲਨ ਚੱਲ ਰਿਹਾ, ਨੌਜਵਾਨ ਵਰਗ ਦੇ ਵੱਲੋਂ ਭਾਰੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ। ਸਾਨੂੰ ਤਕਰੀਬਨ ਚੱਲਦਿਆਂ ਕੋਈ 1.5 ਕਿਲੋਮੀਟਰ ਹੋ ਗਿਆ। ਤੁਸੀਂ ਕਾਫਲਾ ਟਰਾਲੀਆਂ ਦਾ, ਟਰੈਕਟਰਾਂ ਦਾ ਸਾਫ਼ ਤੌਰ ਤੇ ਦੇਖ ਸਕਦੇ ਹੋ। ਪੂਰੀਆਂ ਤਿਆਰੀਆਂ, ਰਣਨੀਤੀ ਜਿਹੜੀ ਹੈ ਤਿਆਰ ਕੀਤੀ ਗਈ ਹੈ ਕਿ ਜੇਕਰ ਸਾਨੂੰ ਸੰਘਰਸ਼ ਜਿਹੜਾ ਹੈ ਲੰਬਾ ਵੀ ਕਰਨਾ ਪਵੇਗਾ ਤਾਂ ਅਸੀਂ ਲੰਬਾ ਕਰਾਂਗੇ ਔਰ ਤਿਆਰੀਆਂ, ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਟਰਾਲੀ ਦਾ ਦ੍ਰਿਸ਼ ਹੈ, ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ। ਸਰਦੀ ਦਾ ਮੌਸਮ ਹੈ, ਰਜਾਈਆਂ, ਗੱਦੇ, ਬਿਲਕੁਲ ਤਿਆਰੀ ਕੀਤੀ ਗਈ ਹੈ ਔਰ ਸੰਘਰਸ਼ ਜਿਹੜਾ ਹੈ ਕਿਸਾਨ ਜਥੇਬੰਦੀਆਂ ਜਾਣਦੀਆਂ ਨੇ ਕਿ ਲੰਬਾ ਹੋਣ ਵਾਲਾ ਹੈ, ਇਸੇ ਕਰਕੇ ਜਿਹੜੀ ਹੈ ਤਿਆਰੀ ਬਿਲਕੁਲ ਕਰ ਲਈ ਗਈ ਹੈ ਔਰ ਇਸ ਅੰਦੋਲਨ ਨੂੰ ਅੱਗੇ ਵਧਾਉਣ ਦੇ ਲਈ, ਅੱਗੇ ਦਿੱਲੀ ਚਾਲੇ ਪਾਉਣ ਦੇ ਲਈ ਲਗਾਤਾਰ ਨੌਜਵਾਨਾਂ ਦੇ ਵੱਲੋਂ, ਵੱਖ-ਵੱਖ ਆਗੂਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਵੇਂ ਪੁਲਿਸ ਪ੍ਰਸ਼ਾਸਨ ਨੂੰ ਰੋਕੇਗੇ, ਅਸੀਂ ਰੁਕਾਂਗੇ ਨਹੀਂ, ਦਿੱਲੀ ਜਾ ਕੇ ਹੀ ਰਵਾਂਗੇ। ਵੱਡੀਆਂ ਤਸਵੀਰਾਂ ਇਸ ਵੇਲੇ ਹਮਦਰਦ ਟੀਵੀ ਤੇ ਤੁਹਾਡੇ ਨਾਲ ਸਾਂਝੇ ਕੀਤੀਆਂ ਜਾ ਰਹੀਆਂ ਨੇ ਔਰ ਕੋਸ਼ਿਸ਼ ਸਾਡੀ ਵੀ ਇਹੀ ਹੈ ਕਿ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਔਰ ਕਿਉਂਕਿ ਕਾਫਲਾ ਦੂਰ ਤੱਕ ਲਗਭਗ 1.5 ਤੋਂ 2 ਕਿਲੋਮੀਟਰ ਸਾਨੂੰ ਚੱਲਿਆਂ ਨੂੰ ਹੋ ਗਏ ਨੇ, ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਐਂਗਲਾਂ ਤੋਂ ਸਾਡੇ ਦਰਸ਼ਕਾਂ ਨੂੰ ਦਿਖਾਈਆਂ ਜਾਣ ਕਿ ਪੰਜਾਬ ਦੇ ਵਿੱਚ ਅੱਜ ਦਾ ਦਿਨ ਜਿਹੜਾ ਇਤਿਹਾਸਿਕ ਹੋ ਨਿਬੜਿਆ ਹੈ। ਜੀ ਹਾਂ, ਅੱਜ ਦਾ ਇਤਿਹਾਸਿਕ ਦਿਨ 26 ਤੇ 27 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੇ ਲਈ ਐਲਾਨ ਕੀਤਾ ਗਿਆ ਸੀਗਾ ਔਰ ਇਤਿਹਾਸਿਕ ਦਿਨ, ਕੈਮਰਾਮੈਨ ਨੂੰ ਕਹਾਂਗਾ ਦੂਰ ਤੱਕ, ਜਿੱਥੋਂ ਤੱਕ ਕੈਮਰੇ ਦੀ ਅੱਖ ਪਹੁੰਚਦੀ ਹੈ ਉੱਥੋਂ ਤੱਕ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ। ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਪੂਰੇ ਪੰਜਾਬ ਦੇ ਵਿੱਚ। ਅੱਜ ਦਾ ਦਿਨ ਇਤਿਹਾਸਿਕ ਹੋ ਨਿਬੜਿਆ। 26 ਤੇ 27 ਤਰੀਕ ਪੂਰੇ ਪੰਜਾਬ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਨੂੰ ਘੇਰਨ ਦੇ ਲਈ ਤਿਆਰੀ ਕੀਤੀ ਗਈ ਸੀ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਭਰਵਾਂ ਹੁੰਗਾਰਾ ਪੰਜਾਬ ਦਾ ਵੱਖ-ਵੱਖ ਕੋਨਿਆਂ ਤੋਂ, ਵੱਖ-ਵੱਖ ਸ਼ਹਿਰਾਂ ਤੋਂ, ਵੱਖ-ਵੱਖ ਜਗ੍ਹਾਵਾਂ ਤੋਂ, ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਕਾਫਲਾ, ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਸਾਫ਼ ਤੌਰ ਤੇ ਦਿਖਾ ਦੇਵੇ। ਜਿੱਥੋਂ ਤੱਕ ਕੈਮਰੇ ਦੀ ਅੱਖ ਜਾਂਦੀ ਹੈ ਉੱਥੋਂ ਤੱਕ ਇਹ ਅੰਦੋਲਨ ਚੱਲ ਰਿਹਾ ਹੈ। ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਹਮਦਰਦ ਟੀਵੀ ਤੋਂ ਲਾਈਵ ਦਿਖਾ ਰਹੇ ਹਾਂ ਔਰ ਇਹ ਸ਼ੰਭੂ ਬਾਰਡਰ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਔਰ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਜਿਹੜੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਡਿੰਗ ਕੀਤੀ ਗਈ ਹੈ। ਵੱਡੇ ਪੱਧਰ ਤੇ ਸਵੇਰੇ ਝੜਪ ਵੀ ਹੋਈ ਹੈ ਕਿਸਾਨ ਆਗੂਆਂ ਦੀ ਔਰ ਲਗਾਤਾਰ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ। ਤਸਵੀਰਾਂ ਸਾਫ਼ ਤੌਰ ਤੇ ਜਿੱਥੋਂ ਤੱਕ ਕੈਮਰੇ ਦੀ ਅੱਖ ਪਹੁੰਚਦੀ ਹੈ ਉੱਥੋਂ ਤੱਕ ਅੰਦੋਲਨ ਜਿਹੜਾ ਹੈ ਟਰੈਕਟਰ ਟਰਾਲੀਆਂ ਦਾ, ਕਾਫਲੇ ਦਾ ਅੰਦੋਲਨ ਬਿਲਕੁਲ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ। ਲਗਾਤਾਰ ਹਮਦਰਦ ਟੀਵੀ ਤੇ ਲਾਈਵ ਅਪਡੇਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ
ਔਰ ਤੁਸੀਂ ਵੀ ਦਰਸ਼ਕੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਲੋਕ ਇਸ ਤਸਵੀਰਾਂ ਨੂੰ ਇਹਨਾਂ ਨੂੰ ਦੇਖਣਗੇ ਵੱਧ ਤੋਂ ਵੱਧ ਜਿਹੜਾ ਹੈ ਲੋਕਾਂ ਤੱਕ ਇਹ ਪਹੁੰਚਦਾ ਹੋ ਸਕਣ। ਤਸਵੀਰਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿੱਥੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਆਗੂ ਜਿਹੜੇ ਨੇ ਸਾਡੇ ਇਸ ਅੰਦੋਲਨ ਦੇ ਵਿੱਚ ਹਿੱਸਾ ਬਣੇ ਨੇ, ਬਿਲਕੁਲ ਉਸੇ ਤਰੀਕੇ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਬਣੀਆਂ ਨੇ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਔਰ ਕੀ ਲੱਗਦਾ ਕਿ ਦਿੱਲੀ ਜਾ ਕੇ ਰਹਿਣਾ ਹੈ? ਹਾਂਜੀ, ਜਾ ਕੇ ਰਹਿਣਾ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਅੰਮ੍ਰਿਤਸਰ ਤੋਂ ਆਏ, ਤਹਿਸੀਲ ਬਾਬਾ ਬਕਾਲਾ। ਅੱਛਾ ਜੀ, ਤੇ ਕਿੰਨਾ ਕੁ ਕਾਫਲਾ ਤੁਹਾਡੇ ਨਾਲ ਹੈ? ਸਾਡੇ ਨਾਲ ਅਸੀਂ ਕੋਈ 35-40 ਟਰਾਲੀਆਂ ਲੈ ਕੇ ਚੱਲੇ ਹੋਏ ਆ। ਜੀ। ਲਗਾਤਾਰ ਅਸੀਂ 1 ਤਰੀਕ ਤੋਂ ਰੈਗੂਲਰ ਧਰਨਿਆਂ ਤੇ ਬੈਠੇ ਆ, ਪਰ ਹੁਣ ਅਸੀਂ ਉੱਥੇ ਵੀ ਪਹੁੰਚਾਂਗੇ। ਪਹੁੰਚ ਕੇ ਅਸੀਂ ਆਪਣੇ ਹੱਕਾਂ ਵਾਸਤੇ, ਜਦ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਾਂਗੇ ਵਾਪਸ ਨਹੀਂ ਆਵਾਂਗੇ। ਇਹਦੇ ਲਈ ਸਾਨੂੰ ਆਰ-ਪਾਰ ਦੀ ਲੜਾਈ ਪਾੜਨੀ ਪਵੇ, ਬੇਸ਼ੱਕ ਸਾਨੂੰ ਜਾਨਾਂ ਦੇਣੀਆਂ ਪੈਣ, ਅਸੀਂ ਅੱਗੇ ਹੋ ਕੇ ਜਾਨਾਂ ਤੱਕ ਵੀ ਦੇਵਾਂਗੇ। ਅਸੀਂ ਕਿਸਾਨ ਭਾਈਚਾਰੇ ਦੇ ਨਾਲ ਆ, ਅਸੀਂ ਆਪਣੇ ਹੱਕ ਜਿਹੜੇ ਕਿਸਾਨਾਂ ਦੇ ਉਹ ਲੈ ਕੇ ਹੀ ਹਟਾਂਗੇ। ਸ਼ੰਭੂ ਬਾਰਡਰ ਤੇ ਲਗਾਤਾਰ ਜਿਹੜੀ ਬੈਰੀਕੇਡਿੰਗ ਕੀਤੀ ਗਈ ਹੈ ਔਰ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਅੱਗੇ ਨਹੀਂ ਲੰਘਣ ਦਿੱਤਾ ਜਾਊਗਾ, ਫਿਰ ਕੀ ਰਣਨੀਤੀ ਤਿਆਰ ਕੀਤੀ ਗਈ ਹੈ? ਉਹਨਾਂ ਵੱਲੋਂ ਕਿਹਾ ਜਾ ਰਿਹਾ ਵਾ ਨਾ ਨਹੀਂ ਲੰਘਣ ਦਿੱਤਾ ਜਾਊਗਾ। ਇਹ ਅਸੀਂ ਜਾਣਦੇ ਕਿ ਅਸੀਂ ਕਿੱਦਾਂ ਲੰਘਣਾ ਵਾ ਤੇ ਲੰਘ ਕੇ ਦਿਖਾਵਾਂਗੇ ਅਸੀਂ ਉਹਨਾਂ ਨੂੰ। ਔਰ ਤੁਹਾਨੂੰ ਲੱਗਦਾ ਕਿ ਮੋਦੀ ਸਰਕਾਰ ਜਿੱਦਾਂ ਪਹਿਲਾਂ ਕਹਿੰਦੇ ਰਹੇ ਕਿ ਸੀਏ ਵਿਰੁੱਧ ਕੋਈ ਗੱਲ ਨਹੀਂ, ਪ੍ਰਦਰਸ਼ਨ ਹੋਏ ਤਾਂ ਹੋ ਲੈਣ ਦਿਓ, ਆਪਾਂ ਕਾਨੂੰਨ ਰੱਦ ਨਹੀਂ ਕਰਾਂਗੇ, ਲੱਗਦਾ ਕਿ ਇਸ ਵਾਰ ਕਾਨੂੰਨ ਉਹਨਾਂ ਨੂੰ ਰੱਦ ਕਰਨੇ ਪੈਣਗੇ? ਕਰਵਾ ਕੇ ਰਵਾਂਗੇ ਜੀ, ਕਰਵਾ ਕੇ ਰਵਾਂਗੇ। ਹਾਂ, ਕਿਉਂਕਿ ਜਿਹੜੀ ਰਣਨੀਤੀ ਉਹਨਾਂ ਤੈਅ ਕੀਤੀ ਆ, ਉਹ ਤਾਂ ਚਾਹੁੰਦੇ ਆ ਕਿ ਇਹ ਪੰਜਾਬ ਨੂੰ ਬਰਬਾਦ ਕਰ ਦਈਏ, ਕਿਸਾਨੀ ਬਰਬਾਦ ਕਰ ਦਈਏ, ਆੜਤੀਆ ਬਰਬਾਦ ਕਰ ਦਈਏ, ਇੱਥੋਂ ਤੱਕ ਕਿ ਪ੍ਰੋਪਰ ਜੋ ਵੀ ਉਹਨਾਂ ਦਾ ਮਿਥਿਆ ਹੋਇਆ ਟੀਚਾ ਵਾ, ਠੀਕ ਹੈ ਨਾ। ਕਰੋਨਾ ਦੀ ਆੜ ਦੇ ਵਿੱਚ ਉਹਨਾਂ ਸਾਰੇ ਬਿੱਲ ਪਾਸ ਕਰਤੇ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਥੋਪ ਦਿੱਤੀਆਂ ਗਈਆਂ। ਪਰ ਇਹ ਜਿਹੜੇ ਸਾਡੇ ਹੱਕ ਆ, ਇਹ ਸਾਡੇ ਆਪਣੇ ਹੱਕ ਆ, ਸਾਡੀਆਂ ਆਪਣੀਆਂ ਜਾਇਦਾਦਾਂ ਵਾ। ਅਸੀਂ ਕਦੇ ਵੀ ਇਹ ਕੰਮ ਨਹੀਂ ਹੋਰ ਦੇਵਾਂਗੇ। ਅਸੀਂ ਕਦੇ ਵੀ ਖੇਤੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਜਾਣ ਦੇਵਾਂਗੇ। ਜੀ ਬਿਲਕੁਲ ਜੀ, ਨਾਰਾ ਇੱਕੋ ਹੀ ਹੈ। ਬੇਸ਼ੱਕ ਵੱਖ-ਵੱਖ ਜਗ੍ਹਾਵਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਲੋਕ ਆਏ ਨੇ, ਪਰ ਨਾਰਾ ਇੱਕ ਹੀ ਹੈ। 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਹੈ ਔਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਰਣਨੀਤੀ ਤੈਅ ਕਰ ਲਈ ਗਈ ਹੈ ਕਿ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਮੋਦੀ ਦੀ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਹੀ ਪੈਣਗੇ, ਚਾਹੇ ਜਿੰਨੀ ਮਰਜ਼ੀ ਬੈਰੀਕੇਡਿੰਗ ਕਰ ਲਈ ਗਈ ਹੈ, ਭਾਵੇਂ ਕਿ ਸ਼ੰਭੂ ਬਾਰਡਰ ਦੇ ਉੱਤੇ, ਪਰ ਉਹ ਅੱਗੇ ਜਾਣਗੇ ਔਰ ਦ੍ਰਿੜ ਇਰਾਦੇ ਦੇ ਨਾਲ ਇਹਨਾਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਰਹਿਣਗੇ। ਲਾਈਵ ਤਸਵੀਰਾਂ ਹਮਦਰਦ ਟੀਵੀ ਤੇ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਦਰਸ਼ਕੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਖ-ਵੱਖ ਲੋਕਾਂ ਤੱਕ ਇਹ ਸੁਨੇਹਾ ਜਾ ਸਕੇ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅੰਦੋਲਨ ਚੱਲ ਰਿਹਾ ਹੈ। ਅੱਜ ਦਾ ਦਿਨ 26 ਤਰੀਕ ਇਤਿਹਾਸਿਕ ਹੋ ਨਿਬੜਿਆ ਹੈ। ਅੱਜ ਦਾ ਦਿਨ, ਜੀ ਹਾਂ ਬਿਲਕੁਲ, ਜਿਸ ਤਰ੍ਹਾਂ 30 ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਦਾ ਸੱਦਾ ਦਿੱਤਾ ਗਿਆ ਸੀਗਾ ਔਰ ਪੂਰੇ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਘੇਰਨ ਦੇ ਲਈ 5 ਵੱਖ-ਵੱਖ ਜਗ੍ਹਾਵਾਂ ਤੋਂ ਕੂਚ ਕਰਕੇ ਦਿੱਲੀ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਸੀ। ਇਸ ਵੇਲੇ ਜਿਹੜਾ ਪੰਜਾਬ ਦੇ ਸ਼ੰਭੂ ਬਾਰਡਰ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ। ਵੱਖ-ਵੱਖ ਸ਼ਹਿਰਾਂ ਤੋਂ, ਵੱਖ-ਵੱਖ ਪਿੰਡਾਂ ਤੋਂ ਲੋਕ ਭਾਰੀ ਇਕੱਠ ਦੇ ਨਾਲ ਇੱਥੇ ਪਹੁੰਚੇ ਨੇ ਔਰ ਖਾਸ ਤੌਰ ਤੇ ਗੱਲ ਇਹ ਹੈ ਕਿ ਸਾਡੀਆਂ ਮਾਵਾਂ ਭੈਣਾਂ, ਸਾਡੀਆਂ ਬੱਚੀਆਂ ਵੀ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਨੇ ਔਰ ਜਾਗਰੂਕਤੀ ਜਿਹੜੀ ਵੱਡੀ ਗੱਲ ਹੈ ਇਸ ਅੰਦੋਲਨ ਦੀ ਕਿ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕਤੀ ਅੱਗ ਲਾਈ ਹੈ, ਜਾਗਰੂਕਤੀ ਉਹਨਾਂ ਦੇ ਵਿੱਚ ਆਈ ਹੋਈ ਹੈ ਔਰ ਚੇਤਨਾ ਲੱਗੀ ਹੋਈ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਐਡੇ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਹੋ ਨਿਬੜਿਆ ਔਰ ਅੱਜ ਦਾ ਦਿਨ ਇਤਿਹਾਸਿਕ ਦਿਨ ਹੋ ਨਿਬੜਿਆ ਔਰ ਲਗਾਤਾਰ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੁਸੀਂ ਹਮਦਰਦ ਟੀਵੀ ਦੇ ਨਾਲ ਬਣੇ ਰਹੋ, ਤੁਹਾਨੂੰ ਲਾਈਵ ਤਸਵੀਰਾਂ ਲਗਾਤਾਰ ਅਸੀਂ ਦਿਖਾਉਂਦੇ ਰਵਾਂਗੇ। ਕੈਮਰਾ ਪਰਸਨ ਸੰਦੀਪ ਸਿੰਘ ਦੇ ਨਾਲ ਮੈਂ ਅਮਨ ਚੰਦ, ਹਮਦਰਦ ਟੀਵੀ, ਸ਼ੰਭੂ ਬਾਰਡਰ।